ਜਦੋਂ ਗੁਰੂ ਸਾਹਿਬਾਨ ਦੇ ਪਾਸ ਆ ਕੇ ਸੱਜਦੇ ਹਾਂ, ਇਹ ਸਵਾਸ, ਇਹ ਘੜੀਆਂ ਹੋਰ ਵੀ ਕੀਮਤੀ ਹੋ ਜਾਂਦੀਆਂ ਨੇ, ਕਿਉਂਕਿ ਗੁਰੂ ਦੇ ਪਾਸ ਆ ਕੇ ਕੁਝ ਅਜਿਹਾ ਸਿੱਖਣ ਨੂੰ ਮਿਲਦਾ ਜਿਸ ਨੂੰ ਜ਼ਿੰਦਗੀ ਦੇ ਵਿੱਚ ਕਮਾ ਕੇ ਜ਼ਿੰਦਗੀ ਨੂੰ ਅੰਦਰੋਂ ਵੀ ਤੇ ਜ਼ਿੰਦਗੀ ਨੂੰ ਬਾਹਰੋਂ ਵੀ ਬਹੁਤ ਹੀ ਖੂਬਸੂਰਤ ਬਣਾਇਆ ਜਾ ਸਕਦਾ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਗੁਰਦੇਵ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੋ ਜੀ। ਪਿਆਰ ਤੇ ਅਦਬ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 621 ਅੰਗ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਬਚਨਾਂ ਦੇ ਅੰਦਰ ਫਰਮਾਇਆ ਹੈ ਕਿ ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਅਨ ਦਿਨ ਦੇ ਅਰਥ ਹੁੰਦੇ ਨੇ ਕਿ ਨਿਤਾ ਰੋਜ਼ ਹੀ, ਹਰ ਰੋਜ਼। ਸੁਕ੍ਰਿਤ ਦੇ ਅਰਥ ਨੇ ਭਲਾਈ ਦੇ ਕੰਮ, ਸ਼ਰਧਾ ਵਾਲੇ, ਸੇਵਾ ਵਾਲੇ ਚੰਗੇ ਕਰਮ ਨੂੰ ਸੁਕ੍ਰਿਤ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਪ੍ਰੇਰ ਰਹੇ ਨੇ। ਕਹਿੰਦੇ ਇੱਕ ਸਰੀਰ ਦੇ ਕਰਮ ਹੁੰਦੇ ਨੇ, ਇੱਕ ਮਾਨਸਿਕ ਕਰਮ ਹੁੰਦੇ ਆ, ਜਿਨ੍ਹਾਂ ਦੇ ਨਾਲ ਆਪਾਂ ਹੱਥਾਂ ਪੈਰਾਂ ਦੇ ਨਾਲ ਤਾਂ ਆਪਾਂ ਕੰਮ ਕਰਨਾ ਹੁੰਦਾ, ਪੈਰਾਂ ਦੇ ਨਾਲ ਚੱਲ ਕੇ ਜਾਣਾ ਹੁੰਦਾ, ਹੱਥਾਂ ਦੇ ਨਾਲ ਕਿਰਤ ਕਰਨੀ ਹੁੰਦੀ ਹੈ। ਪਰ ਰਸਨਾ ਉਸ ਸਮੇਂ ਕੋਈ ਵੀ ਕਰਮ ਨਹੀਂ ਕਰਦੀ ਹੁੰਦੀ। ਸੋ ਉੱਠਦਿਆਂ ਬਹਿੰਦਿਆਂ ਨੂੰ ਹਾਥ ਪਾਓ ਕਰ ਕਾਮ ਸਭ, ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਸਾਹਿਬ ਕਹਿੰਦੇ ਕੰਮ ਕਰੀ ਚੱਲੋ, ਉਹ ਜ਼ਰੂਰੀ ਨੇ। ਪਹਿਲਾ ਸਿਧਾਂਤ ਸਿੱਖੀ ਦਾ ਜਿਹੜਾ ਕਿਰਤ ਕਰੋ ਲਿਖਿਆ ਗੁਰਬਾਣੀ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤਾਂ ਦੇ ਅਨੁਸਾਰ ਨਾਮ ਜਪਣਾ ਦੂਜੇ ਨੰਬਰ 'ਤੇ ਆਉਂਦਾ, ਵੰਡ ਕੇ ਛਕਣਾ ਫਿਰ ਤੀਜੇ 'ਤੇ ਆਉਂਦਾ। ਕਿਉਂਕਿ ਮੰਨਿਆ ਜਾਂਦਾ ਵੀ ਜਿਹੜਾ ਨਾਮ ਜਪੂਗਾ ਉਹ ਜਪੇ ਹੋਏ ਨਾਮ 'ਚੋਂ ਕਿਸੇ ਨੂੰ ਕੁਝ ਦੇ ਸਕਦਾ। ਜਿਹੜਾ ਕਿਰਤ ਕਰੂਗਾ, ਕੁਝ ਜਿਹਦੇ ਕੋਲ ਦਮੜੇ ਹੋਣਗੇ ਚਾਰ, ਉਹਦੇ ਨਾਲ ਹੀ ਫਿਰ ਉਹ ਕੁਝ ਕਿਸੇ ਨੂੰ ਦੇ ਸਕਦਾ। ਜੇ ਆਪਦੇ ਕੋਲ ਹੀ ਕੁਝ ਨਹੀਂ ਤਾਂ ਕਿਸੇ ਨੂੰ ਕੀ ਦੇ ਸਕਦਾ? ਜਿਹਦੇ ਅੰਦਰ ਆਪਦੇ ਕੋਈ ਨਾਮ ਨਹੀਂ, ਕੋਈ ਗਿਆਨ ਨਹੀਂ, ਉਹ ਦੂਜੇ ਨਾਲ ਕਿਵੇਂ ਸਾਂਝ ਪਾਵੇਗਾ, ਵੰਡ ਕੇ ਕਿਵੇਂ ਛਕੇਗਾ? ਸੋ ਮਹਾਰਾਜ ਨੇ ਉਹ ਤੀਜੇ ਨੰਬਰ 'ਤੇ ਰੱਖਿਆ, ਵੰਡ ਕੇ ਛਕਣ ਨੂੰ। ਇੱਥੇ ਗੁਰਸਿੱਖ ਨੂੰ ਤਿੰਨੇ ਸਿਧਾਂਤ ਕਹਿ ਰਹੇ ਨੇ ਕਿ ਹੱਥਾਂ ਪੈਰਾਂ ਦੇ ਨਾਲ ਤੂੰ ਕਿਰਤ ਕਰ, ਸੁਕ੍ਰਿਤ ਕਰੀਏ। ਕਿਰਤ ਵਿਰਤ ਕਰ ਧਰਮ ਦੀ, ਚੰਗੀ ਕਮਾਈ ਕਰ, ਭਾਵ ਕਿ ਉਹ ਕਮਾਈ ਕਰੀ ਜਿਹਦੇ ਨਾਲ ਕਿਸੇ ਨੂੰ ਠੇਸ ਨਾ ਪਹੁੰਚੇ, ਧਰਮ ਦੀ ਕਮਾਈ ਕਰੀ। ਫਿਰ ਅੱਗੇ ਉੱਠਦਿਆਂ ਬਹਿੰਦਿਆਂ ਹਰ ਹਰ ਧਿਆਈਐ, ਨਾਮ ਜਪੀ, ਤੇ ਬਾਅਦ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਜਪੇ ਹੋਏ ਨਾਮ ਨੂੰ ਵੀ ਵੰਡ ਕੇ ਛਕੀ, ਕਮਾਏ ਹੋਏ ਪੈਸੇ ਨੂੰ ਵੀ ਪਰਿਵਾਰ ਦੇ ਜੀਆਂ ਵਿੱਚ ਵੀ ਤੇ ਲੋੜਵੰਦ ਦੇ ਨਾਲ ਵੰਡ ਕੇ ਛਕਣਾ ਕਰੀ।
ਆਪਦੇ ਮੁਤਾਬਕ ਜਿੰਨੀ ਕਿਸੇ ਦੀ ਸਮਰੱਥਾ। ਨਾਮਾ ਕਹਿ ਤਲੋਚਣਾ, ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਕੀਤੇ ਜਾ ਸਕਦੇ ਨੇ, ਤੇ ਕੰਮ ਕਰਦਿਆਂ ਭਗਤ ਜੀ ਕਹਿੰਦੇ ਪਰਮਾਤਮਾ ਨੂੰ ਯਾਦ ਆ ਜਿਹੜਾ ਕੀਤਾ ਜਾ ਸਕਦਾ। ਇੱਕ ਸ਼ਾਇਰ ਕਹਿੰਦਾ ਹੈ, ਕਹਿੰਦਾ ਕਿ ਹੇ ਵਾਹਿਗੁਰੂ, ਜਦੋਂ ਤਸਬੀਹ ਲੈ ਕੇ ਤੈਨੂੰ ਯਾਦ ਕਰਨ ਬੈਠਦੇ ਆ ਤੇ ਉਦੋਂ ਤੂੰ ਯਾਦ ਨਹੀਂ ਆਉਂਦਾ, ਉਦੋਂ ਅੰਦਰ ਸੰਸਾਰ ਦੀ ਯਾਦ ਹੁੰਦੀ ਆ। ਜਦੋਂ ਯਾਦ ਕਰਨ ਤੈਨੂੰ ਲੱਗਦੇ ਆ ਉਦੋਂ ਅੰਦਰ ਪਰਿਵਾਰ ਦੀ ਯਾਦ ਚੱਲਦੀ ਆ, ਤੂੰ ਨਹੀਂ ਹੁੰਦਾ। ਹੇ ਪ੍ਰਭੂ, ਜਦੋਂ ਤੈਨੂੰ ਯਾਦ ਕਰਦੇ ਆ ਉਦੋਂ ਪ੍ਰਭਤਾ ਦੀ ਅੰਦਰ ਯਾਦ ਹੁੰਦੀ ਆ, ਤੂੰ ਨਹੀਂ ਹੁੰਦਾ। ਕਹਿੰਦੇ ਮੰਨਦਾ ਮੈਂ ਸਰੀਰ ਦੀ ਪਹੁੰਚ ਤੇਰੇ ਤੱਕ ਨਹੀਂ, ਇੱਥੇ ਸਵਾਹ ਹੋ ਜਾਵੇਗਾ, ਢੇਰੀ ਹੋ ਜਾਵੇਗਾ ਭਸਮ ਕੀ, ਪਰ ਸਾਡੇ ਸਿਮਰਤੀ ਦੀ ਯਾਦ, ਸਾਡੇ ਖਿਆਲਾਂ ਦੇ ਫੁਰਨੇ ਜਿਹੜੇ ਨੇ ਤੇਰੇ ਤੱਕ ਨਹੀਂ ਪਹੁੰਚ ਰਹੇ। ਫੇਰਦਾ ਹਾਂ ਤਸਬੀਹ, ਬੜੀ ਦੂਰ ਜਾਪਦਾ ਤੇਰਾ ਘਰ, ਪਰਿਵਾਰ ਯਾਦ ਆਉਣ ਲੱਗ ਪੈਂਦਾ। ਫੇਰਦਾ ਹਾਂ ਮਾਲਾ ਦੇ ਮਣਕੇ ਤੇ ਪਰਿਵਾਰ ਦੀ ਯਾਦ ਚੱਲ ਪੈਂਦੀ ਆ, ਬਾਜ਼ਾਰ ਚੱਲ ਪੈਂਦਾ, ਪਰ ਤੇਰੀ ਯਾਦ ਨਹੀਂ ਆਉਂਦੀ। ਅਬ ਚੂੰ ਯਾਦ ਰਫਤਗਾ ਕੈਸੇ ਕਰੂੰ, पहुँची नहीं तेरे तक, दोस्तों ने बड़ी दूर बसाई हैं बस्तियाँ। हे खुदा, तेरी बस्ती जिहड़ी आ, तेरा घर जिहड़ा वो बड़ी दूर आ। भगत फरीद जी कहते ने ना, गलिए चिक्कड़ दूर घर फरीदा, गलिए चिक्कड़ दूर घर नाल प्यारे ने हूँ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਫਰੀਦ ਸਾਹਿਬ ਜੀ ਕਹਿੰਦੇ ਨਾ ਕਿ ਦੇਖੋ ਇੱਕ ਦਿਨ ਐਸਾ ਹੋਇਆ, ਉਹ ਆਪਦੇ ਮੁਰਸ਼ਿਦ ਦੇ ਪਾਸ ਜਾਣਾ ਚਾਹੁੰਦੇ ਸੀ। ਉਹਨਾਂ ਦੇ ਮੁਰਸ਼ਿਦ ਦਾ ਜਿਹੜਾ ਨਾਮ ਸੀ ਉਹ ਸੀ ਬਖਤਿਆਰ ਕਾਕੀ। ਬਖਤਿਆਰ ਕਾਕੀ ਜੀ ਦੇ ਪਾਸ ਉਹਨਾਂ ਨੇ ਰਹਿ ਕੇ ਤਾਲੀਮ ਹਾਸਲ ਕੀਤੀ ਆ। ਕਈ ਮੰਨਦੇ ਨੇ ਕਿ ਸ਼ੇਖ ਫਰੀਦ ਜੀ ਦੇ ਦੋ ਮੁਰਸ਼ਿਦ ਸਨ, ਦੋ ਰਹਿਬਰਾਂ ਨੂੰ ਉਹਨਾਂ ਨੇ ਫਕੀਰਾਂ ਨੂੰ ਧਾਰਨ ਕੀਤਾ ਆਪਣਾ ਗੁਰੂ, ਪਰ ਕਈ ਕਹਿੰਦੇ ਨਹੀਂ ਬਖਤਿਆਰ ਕਾਕੀ ਜੀ ਸਨ ਜਿਨ੍ਹਾਂ ਦੇ ਕੋਲੋਂ ਜਾਇਆ ਕਰਦੇ ਸੀ। ਜਿਵੇਂ ਅੱਜ ਮੌਸਮ ਵਰਖਾ ਹੋ ਰਹੀ ਆ ਨਾ ਮੌਲੇ ਧਾਰ, ਉਦਣ ਉਵੇਂ ਹੀ ਹੋ ਰਹੀ ਸੀ, ਬਹੁਤ ਵਰਖਾ ਹੋਈ, ਬਹੁਤ ਜ਼ਿਆਦਾ। ਫਰੀਦ ਸਾਹਿਬ ਜੀ ਕਹਿੰਦੇ ਕਿ ਉਸ ਦਿਨ ਮੈਂ ਸੋਚਿਆ ਪਹਿਲਾਂ ਵੀ ਜੇ ਮੈਂ ਆਪਦੇ ਮੁਰਸ਼ਿਦ ਦੇ ਕੋਲ ਜਾਣਾ ਤੇ ਵਰਖਾ ਬਹੁਤ ਹੋ ਰਹੀ ਆ, ਵਰਖਾ ਵੀ ਹੋ ਰਹੀ ਆ, ਪੁਰਾਣਾ ਜ਼ਮਾਨਾ, ਗਲੀਆਂ ਦੇ ਵਿੱਚ ਚਿੱਕੜ ਆ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ। ਗਲੀਆਂ ਦੇ ਵਿੱਚ ਗਾਰਾ ਵਾ, ਵਰਖਾ ਵੀ ਹੋ ਰਹੀ ਆ, ਪਰ ਪਿਆਰੇ ਦਾ ਘਰ ਜਿਹੜਾ ਮੇਰੇ ਮੁਰਸ਼ਿਦ ਦਾ ਉਹ ਦੂਰ ਆ, ਨੇੜੇ ਨਹੀਂ ਹੈਗਾ। ਜਿਵੇਂ ਕਈ ਵਾਰੀ ਵਰਖਾ ਹੁੰਦੀ ਆ ਨਾ ਤੇ ਆਪਾਂ ਜੇ ਨੇੜੇ ਜਾਣਾ ਹੋਵੇ ਆਪਾਂ ਕਹਿੰਦੇ ਕੋਈ ਗੱਲ ਨਹੀਂ ਵੀ ਜ਼ਿਆਦਾ ਆਪਾਂ ਭਿੱਜਾਂਗੇ ਨਹੀਂ, ਆਪਾਂ ਪਹੁੰਚ ਹੀ ਜਾਣਾ, ਜ਼ਿਆਦਾ ਦੂਰੀ ਨਹੀਂ ਹੈਗੀ। ਇੱਥੇ ਤਿੰਨੇ ਗੱਲਾਂ ਇਕੱਠੀਆਂ ਹੋ ਰਹੀਆਂ ਨੇ। ਵਰਸ ਮੇਘ ਜੀ ਬਿਲ ਤਿਲ ਮਨ ਲਾਵੋ, ਮੀਂਹ ਵੀ ਬਹੁਤ ਜ਼ੋਰਾਂ ਦੀ ਪੈ ਰਿਹਾ, ਬਹੁਤ ਜ਼ਿਆਦਾ। ਉੱਪਰੋਂ ਕੱਚੀਆਂ ਗਲੀਆਂ ਨੇ। ਉਦੋਂ ਇੱਦਾਂ ਤਾਂ ਨਹੀਂ ਸੀ, ਪੁਰਾਣਾ ਜ਼ਮਾਨਾ, ਗੁਰੂ ਨਾਨਕ ਸਾਹਿਬ ਜੀ ਦੇ ਪਹਿਲਾਂ ਦੀਆਂ ਗੱਲਾਂ ਨੇ, ਉਦੋਂ ਦੀ ਪੁਰਾਣਾ ਜ਼ਮਾਨਾ, ਕੱਚੇ ਰਾਹ, ਚਿੱਕੜ ਵੀ ਬਹੁਤ ਆ, ਗਾਰਾ ਵੀ ਬਹੁਤ ਆ ਗਲੀਆਂ 'ਚ, ਘਰ ਵੀ ਦੂਰ ਆ, ਤਿੰਨ ਗੱਲਾਂ ਰਲ ਗਈਆਂ। ਪਰ ਨਾਲ ਪਿਆਰੇ ਨੇ ਹੂੰ। ਪਰ ਇਹ ਮੇਰੇ ਮੁਰਸ਼ਿਦ ਬਖਤਿਆਰ ਕਾਕੀ ਜੀ, ਤੁਹਾਡੇ ਨਾਲ ਮੇਰਾ ਪਿਆਰ ਵੀ ਬਹੁਤ ਆ, ਕੀ ਕਰਾਂ।
की करां चलां तां भिजै कंबली, राहां तां टुटै नेह। गलिए चिक्कड़ दूर घर, नाल प्यारे नेहों। चलां तां भिजै कंबली, राहां तां टुटै नेह। कहते जे मैं चलदा हाँ इन्नी बरखा दे विच तुहानूं मिलण वास्ते मेरे मुरशद, तां मेरी कंबली भजदी आ। जे मैं घरे रहना मेरा नेह टुटदा, मेरा नितनेम टुटदा है भी मैं रोज़ ही तुहाडे कोल आउणा तालीम लैण वास्ते। कुरान दी नमाज आपां इकट्ठे पढ़दे हां। गलियां विच चिक्कड़ होवे तां होवे, मींह पैंदा तां पवे। ਉਹਦਾ दूर मुरशद ਦਾ ਜਿਹੜਾ ਘਰ ਆ ਹੋਵੇ ਤਾਂ ਹੋਵੇ मैं ਜਾਵਾਂਗਾ। फिर दूजी पंक्ति ਵਿੱਚ फैसला कर ਦਿੱਤਾ। ਪਹਿਲਾਂ ਕਹਿੰਦੇ ਸੀ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋਂ। ਫਿਰ ਕਹਿੰਦੇ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋਂ। ਜੇ ਰਹਿਣਾ ਵਾ ਘਰੇ ਤਾਂ ਨੇ ਟੁੱਟਦਾ, ਨੇਮ ਟੁੱਟਦਾ। ਜੇ ਜਾਣਾ ਤਾਂ ਕੰਬਲੀ ਭਿੱਜਦੀ ਆ। ਕੀ ਕਰਾਂ, पैर लिबड़ जाणगे गारे नाल। फैसला फिर की कीता, भिजो सिजो कंबली, अल्ले वरसो में हूँ। जाए मिला तिना सज्जणा, टुटो ना ही ने हो। कहते कंबली भेजी तां भिजे सुकालांगे। भगत फरीद जी कहते भिजो सिजो कंबली, वध तो वध हो जूगी भी बहुत ज़्यादा बरखा दे पानी दे नाल भिज जावेगी, सुकालांगे। भिजो सिजो कंबली, अल्लाह वरसो में हूँ। जाए मिला तिना सज्जणा, टुटो ना ही ने। मैं आपदे मुरशद दे पास, बख्तियार काकी जी दे पास जाके रहांगा, जाके रहांगा। ये आपदा स्नेह, आपदा प्यार। मौले धार बरखा दे विच भगत फरीद जी कह रहे ने भी मैं जावांगा। ऊठत बैठत हर हर ध्याइए, अन दिन सो कृत करिए। सो आपदे मुरशद दे पास झक्खड़ झांगी मींह वरसै, भी गुर देखण जाई। समुंद सागर होवे बहु खारा, गुर सिख लंघ गुर पै जाई। ज्यों प्राणी जल बिन है मरता, त्यों सिख गुर बिन मर जाई। झक्खड़ बहुत हनेरी आवे, झक्खड़ आवे झांगी बहुत तेज हवा वगे, मींह वरसै तां भी मैं गुरु भी गुर देखण जाई। तेरे द्वार चल के आवांगा, क्योंकि कंबली भिजदी तां भिजे, तेरे नालों नेह नहीं टुटना चाहिदा, वो सुक जावेगी। ये भगत फरीद जी कह रहे ने। सो जिहड़े भगत हुंदे ने ना, उन्हां दे समझाउण दा जिहड़ा अंदाज आ वखरा ही हुंदा। गुरु साहिबान कह रहे ने कि वंड के छको, ते वंड के तां कुछ भी छकिया जा सकदा। एक राजा सी, उहदा जन्मदिन सी, ते उहने जन्मदिन की खुशी विच की कीता कि एक ढंडोरा पिटवा दिता भी जिन्ने भी गरीब इंसान ने ना, वो आ जाओ, तुहानूं मुफ्त कंबल जिहड़े ने वंडे जाणगे, जां कुछ जिहड़े भांडे ने बर्तन तुहानूं दिते जाणगे। बहुत सारे लोग चल के आए, खजाने दे विचों पैसे लिया के ते दुकान तो जाके राजे दे एहलकारां ने कंबल खरीदे, बर्तन खरीदे ते एक वड्डे स्थान ते जमा कर लए उन्होंने। ते लैना लगियां हुई सी लोकां दियां, विच एक फकीर भी खड़ा सी उत्थे, बहुत रब दा प्यारा। वो वंड रहे ने कंबल, लोग लै रहे ने, जिन्हों बर्तन की लोड़ आ उन्होंने बर्तन दे रहे ने। अजब की गल ये हुई उत्थे गजब दी कि फकीर दी जदों वारी आउण वाली हुंदी सी ना, तो आप दी वारी किसी होर नूं दे दिंदा सी। वो लाइन दे विच फिर पिछे हो जाता सी। आम आपां देखिया भी कई बारी आपां भी जे अपनी वारी पिछे हो जाए आपां तां झगड़ पैंदे आ, लड़ पैंदे आ ना,
ਤੇ ਉਹ ਆਪ ਦੀ ਵਾਰੀ ਦੇ ਰਿਹਾ ਸੀ ਕਿਸੇ ਨੂੰ। ਖਜ਼ਾਨਾ ਖਾਲੀ ਸਰਕਾਰ ਦਾ ਹੋ ਰਿਹਾ ਸੀ, ਰਾਜੇ ਦਾ। ਗੱਲਾਂ ਉਹ ਫਕੀਰ ਦੀਆਂ ਹੋ ਰਹੀਆਂ ਸੀ ਉੱਥੇ। ਰਾਜੇ ਤੱਕ ਵੀ ਗੱਲ ਪਹੁੰਚੀ। ਰਾਜਾ ਕਹਿੰਦਾ ਬੁਲਾ ਕੇ ਲਿਆਓ ਫਕੀਰ ਨੂੰ। ਸੂਫੀ ਫਕੀਰ ਸੀ, ਬੁਲਾਇਆ। ਪੁੱਛਿਆ, ਕਹਿੰਦੇ ਫਕੀਰ ਜੀ ਕੀ ਕਰ ਰਹੇ ਹੋ ਤੁਸੀਂ? ਇਹ ਕੀ ਕਰ ਰਹੇ ਹੋ? ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤਾਂ ਤੁਸੀਂ ਪਿੱਛੇ ਹੋ ਜਾਂਦੇ ਹੋ, ਕੀ ਗੱਲ ਆ? ਫਕੀਰ ਕਹਿੰਦਾ ਵੀ ਰਾਜਨ, ਜੋ ਤੁਸੀਂ ਕਰ ਰਹੇ ਹੋ ਉਹੀ ਮੈਂ ਕਰ ਰਿਹਾ। ਰਾਜਾ ਕਹਿੰਦਾ ਸਮਝ ਨਹੀਂ ਲੱਗੀ। ਮੈਂ ਤਾਂ ਕੰਬਲ ਵੰਡ ਰਿਹਾ, ਬਰਤਨ ਵੰਡ ਰਿਹਾ। ਫਕੀਰ ਕਹਿੰਦਾ ਰਾਜਨ, ਤੁਹਾਡੇ ਕੋਲ ਕੰਬਲ ਆ ਵੰਡਣ ਲਈ, ਤੁਹਾਡੇ ਕੋਲ ਬਰਤਨ ਆ, ਪੈਸਾ, ਤੁਸੀਂ ਉਹ ਵੰਡ ਰਹੇ ਹੋ। ਮੇਰੇ ਕੋਲ ਕੁਝ ਹੋਰ ਨਹੀਂ, ਮੇਰੇ ਕੋਲ ਵਾਰੀ ਆਪਦੀ। ਮੈਂ ਲੋੜਵੰਦ ਵੇਖ ਕੇ ਵੀ ਮੇਰੇ ਨਾਲੋਂ ਜਿਹੜਾ ਪਿੱਛੇ ਖੜਾ ਬੰਦਾ, ਇਹਨੂੰ ਲੋੜ ਜ਼ਿਆਦਾ ਕੰਬਲ ਦੀ, ਮੈਂ ਆਪਦੀ ਵਾਰੀ ਉਹਨੂੰ ਦੇ ਦਿੰਦਾ। ਫਿਰ ਕੋਈ ਆ ਜਾਂਦਾ, ਮੈਨੂੰ ਇਉਂ ਲੱਗਣ ਲੱਗ ਜਾਂਦਾ ਵੀ ਮੇਰੇ ਨਾਲੋਂ ਹਜੇ ਇਹਨੂੰ ਬਰਤਨਾਂ ਦੀ ਲੋੜ ਵੱਧ ਆ, ਇਹਨੂੰ ਅੱਗੇ ਜਾਣ ਦੇਈਏ। ਤੁਹਾਡੇ ਕੋਲ ਕੰਬਲ ਨੇ, ਬਰਤਨ ਨੇ, ਤੁਸੀਂ ਉਹ ਵੰਡ ਰਹੇ ਹੋ। ਮੇਰੇ ਕੋਲ ਵਾਰੀ ਆ, ਮੈਂ ਉਹ ਵੰਡ ਰਿਹਾ। ਪਾਤਸ਼ਾਹ ਜੀ ਕਹਿੰਦੇ ਜ਼ਰੂਰੀ ਨਹੀਂ ਵੀ ਆਪਾਂ ਪੈਸੇ ਨੂੰ ਹੀ ਵੰਡਣਾ ਹੁੰਦਾ, ਆਪਾਂ ਆਪਦੀਆਂ ਖੁਸ਼ੀਆਂ ਵੀ ਵੰਡ ਸਕਦੇ ਹਾਂ। ਕਿਸੇ ਨੂੰ ਹੱਸ ਕੇ ਬੁਲਾ ਲਿਆ, ਮੁਸਕਰਾ ਕੇ, ਇਹ ਖੁਸ਼ੀ ਵੰਡਣੀ ਹੁੰਦਾ। ਬਹੁਤ ਕੁਝ ਵੰਡਿਆ ਜਾ ਸਕਦਾ ਜੇ ਬੰਦਾ ਚਾਹਵੇ। ਅੱਖਾਂ ਦੇ ਹੱਥ ਨਹੀਂ ਹੁੰਦੇ। ਅੱਖਾਂ ਬਹੁਤ ਕੁਝ ਵੰਡ ਦਿੰਦੀਆਂ, ਬਹੁਤ ਕੁਝ। ਅੱਖਾਂ ਖੋਹ ਵੀ ਬਹੁਤ ਕੁਝ ਲੈਂਦੀਆਂ। ਅੱਖਾਂ ਦੇ ਭਾਵੇਂ ਹੱਥ ਨਹੀਂ ਹੁੰਦੇ, ਇਹ ਵੰਡ ਵੀ ਬਹੁਤ ਕੁਝ ਦਿੰਦੀਆਂ। ਸਾਧੂ ਦੀ ਜਿਹੜੀ ਅੱਖ ਹੁੰਦੀ ਆ, ਉਹ ਦੇਖਦਿਆਂ ਸਾਰ ਬਹੁਤ ਕੁਝ ਵੰਡ ਦਿੰਦੀ ਆ। ਗੁਰੂਆਂ ਦੇ ਜਿਹੜੇ ਨੇਤਰ ਹੁੰਦੇ ਨੇ। ਇੱਕ ਆਮ ਬੰਦਾ ਹੋਵੇ, ਬਦਬਖਤ ਬੜਾ, ਉਹ ਦੇਖੇਗਾ ਤੇ ਤੁਹਾਡਾ ਸਭ ਕੁਝ ਖੋਲੇਗਾ, ਤੁਹਾਡੀ ਅਸਮਤ ਖੋਲੇਗਾ, ਬੁਰੀ ਨਿਗਾਹ ਦੇ ਨਾਲ ਤੱਕੇਗਾ। ਸੋ ਵੰਡਣ ਨੂੰ ਵੀ ਬੜਾ ਕੁਝ ਆ, ਪੈਸੇ ਤੋਂ ਇਲਾਵਾ ਖੋਣ ਨੂੰ ਵੀ ਬੜਾ ਕੁਝ ਆ। ਇਹ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ। ਸੋ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਤਿੰਨੋਂ ਸਿਧਾਂਤ ਹਨ ਸਿੱਖੀ ਦੇ, ਜਿਨ੍ਹਾਂ ਤੇ ਸਿੱਖੀ ਖੜੀ ਆ। ਜਿਸ ਦਿਨ ਸਿੱਖਾ ਇਹ ਤੇਰੇ ਪਾਸ ਨਾ ਰਹੇ, ਸਮਝ ਲਈ ਉਦਣ ਤੇਰੇ ਕੋਲ ਸਿੱਖੀ ਨਹੀਂ ਹੈਗੀ। ਜੇ ਕਿਰਤ ਨਹੀਂ, ਨਾਮ ਨਹੀਂ, ਵੰਡ ਕੇ ਛਕਣਾ ਨਹੀਂ, ਤਾਂ ਉਸ ਦਿਨ ਜਾਣ ਲਵੀਂ ਤੂੰ ਬਿਲਕੁਲ ਸਿੱਖੀ ਤੋਂ ਕੋਹਾਂ ਦੂਰ ਆ, ਕਈ ਕੋਹ ਦੂਰ ਹੋ ਚੁੱਕਾ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਉੱਠਦੇ ਸਮੇਂ ਵੀ, ਖਾਂਦੇ ਸਮੇਂ ਵੀ, ਬੈਠਦੇ ਸਮੇਂ ਵੀ ਹਰੀ ਦੇ ਨਾਮ ਨੂੰ ਧਿਆਉਣਾ ਕਰੀਏ ਤੇ ਚੰਗੇ ਕਰਮ ਕਰੀਏ, ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖੇ, ਜਿਸ ਦੇ ਨਾਲ ਕਿਸੇ ਦੇ ਸੱਟ ਨਾ ਲੱਗੇ, ਮਾਣ ਮਰਿਆਦਾ ਨੂੰ ਠੇਸ ਨਾ ਪਹੁੰਚੇ। ਇਹ ਗੁਰੂ ਅਰਜਨ ਦੇਵ ਜੀ ਨੇ ਆਖਿਆ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਜੋ ਗੁਰੂ ਮਾਰਗ ਦੱਸਦਾ ਨਾ, ਉਹਦੇ ਤੇ ਚੱਲਣਾ ਚਾਹੀਦਾ। ਆਮ ਕੀ ਹੁੰਦਾ ਕਿ ਦੇਖੋ, ਜਿਵੇਂ ਆਪਾਂ ਕਿਸੇ ਨੂੰ ਚੰਦਰਮਾ ਦਿਖਾਉਣ ਲੱਗ ਜਾਂਦੇ ਆ, ਆਕਾਸ਼ ਵਿੱਚ ਚੜ੍ਹਿਆ ਹੋਇਆ, ਤੇ ਉਹ ਆਪਣੀ ਉਂਗਲੀ ਦੇਖਣ ਲੱਗ ਜਾਵੇ, ਜਾਂ ਕੋਈ ਆਪਾਂ ਨੂੰ ਸੂਰਜ ਦਿਖਾਵੇ ਉਂਗਲੀ ਕਰਕੇ ਵੀ ਉਹ ਦੇਖੋ ਸੂਰਜ, ਆਪਾਂ ਸੂਰਜ ਨਾ ਦੇਖੀਏ, ਉਹਦੀ ਉਂਗਲੀ ਵੇਖੀ ਚੱਲੀਏ। ਜੇ ਆਪਾਂ ਨਿਸ਼ਾਨਾ ਉਂਗਲ ਤੇ ਰੱਖਾਂਗੇ, ਸੂਰਜ ਕਦੇ ਨਹੀਂ ਵੇਖ ਸਕਾਂਗੇ। ਜੇ ਧਿਆਨ ਉਂਗਲ ਤੇ ਰਹੇਗਾ ਤੇ ਚੰਦਰਮਾ ਦਾ ਪ੍ਰਕਾਸ਼ ਨਹੀਂ ਦੇਖ ਪਾਵਾਂਗੇ। ਕਈ ਵਾਰੀ ਗੁਰੂ ਜੋ ਦਿਖਾਉਣਾ ਚਾਹੁੰਦਾ ਮਾਰਗ, ਉਹ ਤੇ ਸਾਥੋਂ ਚੱਲਿਆ ਨਹੀਂ ਜਾਂਦਾ। ਜਿਵੇਂ ਇੱਕ ਸੱਜਣ ਸਨ ਤੇ ਉਹ ਰਸਤੇ ਦੇ ਵਿੱਚ ਜਾ ਰਹੇ ਸਨ, ਬਜ਼ੁਰਗ। ਉਹਨਾਂ ਨੇ ਇੱਕ ਬੱਚੇ ਨੂੰ ਦੇਖਿਆ,
ਉਹ ਜਿਹੜੇ ਕਿਲੋਮੀਟਰ ਲਿਖੇ ਹੁੰਦੇ ਨੇ ਜਿਨ੍ਹਾਂ ਪੱਥਰਾਂ ਤੇ, ਮੀਲ ਪੱਥਰ ਉਹਨਾਂ ਨੂੰ ਕਹਿੰਦੇ ਨੇ, ਉਹਦੇ ਨਾਲ ਉਹਨੇ ਘੁੱਟ ਕੇ ਜੱਫੀ ਪਾਈ ਹੋਈ ਸੀ। ਬਜ਼ੁਰਗ ਪੁੱਛਣ ਲੱਗੇ ਵੀ ਕੀ ਕਰ ਰਿਹਾ ਤੂੰ? ਕਹਿੰਦਾ ਜੀ ਆ ਜਿੱਥੇ ਮੈਂ ਜਾਣਾ ਨਾ ਉਹ ਜਗ੍ਹਾ ਦਾ ਨਾਮ ਪੱਥਰ ਤੇ ਲਿਖਿਆ ਹੋਇਆ ਤੇ ਨਾਲ ਕਿਲੋਮੀਟਰ ਪਾਏ ਹੋਏ ਨੇ ਵੀ 2 ਕਿਲੋਮੀਟਰ। ਤਾਂ ਬਜ਼ੁਰਗ ਕਹਿੰਦੇ ਤਾਂ ਇੱਕ ਇਸ਼ਾਰਾ ਹੈ ਵੀ ਫਲਾਣਾ ਪਿੰਡ ਇੱਥੋਂ ਇੰਨੇ ਕਿਲੋਮੀਟਰ ਆ, ਇੰਨੇ ਕਿਲੋਮੀਟਰ ਤੈਨੂੰ ਤੁਰਨਾ ਪਵੇਗਾ, ਫਿਰ ਤੂੰ ਜਾ ਕੇ ਆ ਜਿਹੜਾ ਪਿੰਡ ਦਾ ਨਾਂ ਲਿਖਿਆ ਪੱਥਰ ਤੇ ਤੂੰ ਪਹੁੰਚੇਗਾ। ਉਹ ਕਹਿੰਦਾ ਅੱਛਾ ਜੀ ਇਹ ਗੱਲ ਆ, ਮੈਂ ਇਹ ਸਮਝੀ ਫਿਰਦਾ ਵੀ ਇੱਥੇ ਲਿਖਿਆ ਤੇ ਮੈਂ ਪਹੁੰਚ ਗਿਆ, ਬਸ ਇਹਨੂੰ ਫੜ ਕੇ ਰੱਖਾਂਗੇ ਤੇ ਪਹੁੰਚ ਜਾਵਾਂਗਾ। ਨਹੀਂ, ਉਹ ਕਹਿੰਦੇ ਇੱਦਾਂ ਬਿਲਕੁਲ ਨਹੀਂ, ਗੁਰੂ ਵਾਲਾ ਮਾਰਗ ਵੀ ਬਿਲਕੁਲ ਇੱਦਾਂ ਹੀ ਆ। ਜੋ ਗੁਰੂ ਕਹਿੰਦਾ ਉਹਨੇ ਕਿਲੋਮੀਟਰ ਚੱਲ ਕੇ ਜਾਣਾ ਪੈਂਦਾ, ਫਿਰ ਉਹ ਜਗ੍ਹਾ ਆਉਂਦੀ ਆ ਜੋ ਗੁਰੂ ਨੇ ਕਹੀ ਹੁੰਦੀ ਹੈ। ਜਾਂ ਜੋ ਗੁਰੂ ਸਿਰਫ ਕਹਿ ਕੇ ਜਾਂਦੇ ਨੇ, ਸਿਰਫ ਉਹਨੂੰ ਸੁਣਨ ਦੇ ਨਾਲ ਇਉਂ ਆ ਜਿਵੇਂ ਸਿਰਫ ਆਪਾਂ ਮੀਲ ਪੱਥਰ ਨੂੰ ਘੁੱਟ ਕੇ ਜੱਫੀ ਪਾ ਲਈਏ ਤੇ ਤੁਰੀਏ ਨਾ ਹੀ, ਤੁਰੀਏ ਕਦੇ ਵੀ ਨਾ। ਕਹੀਏ ਵੀ ਇਹ ਉਹਦੀ ਖਬਰ ਦਿੰਦਾ ਇਹ ਮੀਲ ਪੱਥਰ ਫਲਾਣੇ ਪਿੰਡ ਦੀ, ਪਰ ਸਿਆਣਾ ਬੰਦਾ ਤਾਂ ਇਹ ਕਹੇਗਾ ਨਾ ਵੀ ਤੈਨੂੰ ਜਾਣਾ ਪੈਣਾ ਛੱਡ ਕੇ ਇਹਨੂੰ, ਫਿਰ ਉਹ ਪਿੰਡ ਆਊਗਾ, ਇੰਨੇ ਕਿਲੋਮੀਟਰ ਤੁਰਨਾ ਪੈਣਾ ਜਾਂ ਕਿਸੇ ਵਾਹਨ ਤੇ ਕਿਸੇ ਸਾਧਨ ਤੇ ਤੈਨੂੰ ਜਾਣਾ ਪਵੇਗਾ, ਫਿਰ ਤੂੰ ਜਾ ਕੇ ਉੱਥੇ ਪਹੁੰਚੇਗਾ। ਇਹੀ ਸਤਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਜਿਹੜਾ ਗੁਰੂ ਦਾ ਮਾਰਗ ਹੁੰਦਾ ਤੇ ਧਰਮ ਦੀ ਜਿਹੜੀ ਪੌੜੀ ਹੁੰਦੀ ਆ, ਗੁਰੂ ਦੁਆਰਾ ਇਹਦੇ ਅਰਥ ਕੀ ਨੇ? ਗੁਰੂ ਦੁਆਰੇ ਆਪਾਂ ਸਾਰੇ ਚੱਲ ਕੇ ਆਉਂਦੇ ਹਾਂ, ਆਪਾਂ ਕਹਿੰਦੇ ਆਪਾਂ ਗੁਰੂ ਦੁਆਰੇ ਨਤਮਸਤਕ ਹੋਣਾ ਜਾ ਕੇ। ਅਰਥ ਕੀ ਨੇ? ਗੁਰੂ ਗਿਆਨ ਦਾ ਮਾਰਗ ਆ, ਗਿਆਨ ਬਾਰੇ ਚਾਨਣਾ ਕਰਾਉਂਦਾ। ਦੁਆਰ ਦੇ ਅਰਥ ਕੀ ਹੁੰਦੇ ਨੇ? ਦਰਵਾਜ਼ਾ। ਉਹ ਦਰਵਾਜ਼ਾ ਗੁਰੂ ਦਾ ਜਿੱਥੋਂ ਲੰਘ ਕੇ ਅੱਗੇ ਪਰਮਾਤਮਾ ਨੂੰ ਮਿਲ ਲਈਦਾ। ਜਿਵੇਂ ਕਿਸੇ ਵੀ ਚੀਜ਼ ਵਿੱਚ ਆਪਾਂ ਪ੍ਰਵੇਸ਼ ਕਰਨਾ ਤੇ ਦਰਵਾਜ਼ਾ ਬਣਾਉਂਦੇ ਆ, ਜਿਹਦਾ ਕੋਈ ਦਰਵਾਜ਼ਾ ਨਹੀਂ, ਕੋਈ ਦਰਵਾਜ਼ਾ ਨਹੀਂ, ਆਪਾਂ ਕਹਿੰਦੇ ਕਬਰ ਆ, ਉਹ ਕਬਰ ਬਣ ਜੇਗੀ ਉਹ, ਜਿਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਗੁਰੂ ਇੱਕ ਉਹ ਦੁਆਰ ਆ, ਦੁਆਰ ਦੇ ਅਰਥ ਨੇ ਦਰਵਾਜ਼ਾ। ਗੁਰੂ ਉਹ ਦਰਵਾਜ਼ਾ ਜਿਹਦੇ ਵਿੱਚੋਂ ਲੰਘ ਕੇ ਅੱਗੇ ਜ਼ਿੰਦਗੀ ਜਿਹੜੀ ਆ ਸੋਹਣੀ ਬਣ ਜਾਂਦੀ ਹੈ। ਗੁਰੂ ਆਵਾਜ਼ਾਂ ਮਾਰ ਰਿਹਾ ਨਾ ਵੀ ਆ ਜਾਓ, ਆ ਜਾਓ। ਗੁਰੂ ਸਾਹਿਬਾਨ ਕਦੇ ਕਿਸੇ ਢੰਗ ਰਾਹੀਂ ਸੱਦਦੇ ਨੇ ਸਿੱਖ ਨੂੰ, ਕਦੇ ਕਿਸੇ ਢੰਗ ਰਾਹੀਂ ਸੱਦਦੇ ਨੇ। ਇੱਕ ਨੌਜਵਾਨ ਸੀ ਤੇ ਉਹ ਨਾ ਚਲਿਆ ਗਿਆ ਉੱਥੇ ਵਿਦੇਸ਼ ਵਿੱਚ, ਜਿਵੇਂ ਕਮਾਈ ਕਰਨ ਚਲੇ ਜਾਂਦੇ ਨੇ ਬੱਚੇ, ਨੌਜਵਾਨ ਜਾਂਦੇ ਨੇ ਨਾ, ਚਲਿਆ ਗਿਆ। ਕੋਈ ਗਲਤੀ ਹੋ ਗਈ ਉਦੋਂ, ਉੱਥੇ ਗੁਨਾਹ ਹੋ ਗਿਆ, ਕਰਨਾ ਨਹੀਂ ਸੀ ਚਾਹੁੰਦਾ, ਹੋ ਗਿਆ। ਉਹਨਾਂ ਨੇ ਚੱਕ ਕੇ ਤੇ ਉਹਨੂੰ, ਪੁਲਿਸ ਵਾਲਿਆਂ ਨੇ ਫੜ ਕੇ ਤੇ ਉਹ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹਨੂੰ 2 ਸਾਲ ਦੀ ਸਜ਼ਾ ਹੋ ਗਈ। ਤਾਂ ਜੇਲ੍ਹ ਦੇ ਵਿੱਚ ਹੋਣ ਕਰਕੇ ਘਰ ਦੇ ਵਿੱਚ ਉਹ ਚਿੱਠੀ ਨਹੀਂ ਭੇਜ ਸਕਿਆ, ਕਿਉਂਕਿ ਪੁਰਾਣੇ ਜ਼ਮਾਨੇ ਦੀ ਗੱਲ ਆ, ਲਿਖ ਨਹੀਂ ਸਕਿਆ। ਤੇ ਉੱਥੇ ਬੈਠਾ ਰੋਈ ਗਿਆ, ਸੋਚੀ ਗਿਆ ਵੀ ਘਰ ਦੇ ਕੀ ਸੋਚਦੇ ਹੋਣਗੇ। ਕਮਾਈ ਕਰਨ ਭੇਜਿਆ ਸੀ ਪਰ ਪਹੁੰਚ ਨਹੀਂ ਸਕਿਆ, ਨਾ ਕੋਈ ਖਬਰ। 2 ਸਾਲਾਂ ਬਾਅਦ ਉਹਦੀ ਰਿਹਾਈ ਹੋ ਗਈ। ਉਹਨੇ ਫਟਾਫਟ ਚਿੱਠੀ ਲਿਖੀ ਇੱਕ ਘਰੇ, ਉਹ 'ਚ ਲਿਖਿਆ ਵੀ ਦੇਖੋ ਮੈਂ ਇੱਥੇ ਕਮਾਈ ਕਰਨ ਆਇਆ ਸੀ, ਮੈਥੋਂ ਗਲਤੀ ਹੋ ਗਈ, ਇੱਕ ਭੁੱਲ ਹੋ ਗਈ, ਮੈਂ ਕਰਨੀ ਨਹੀਂ ਸੀ ਚਾਹੁੰਦਾ, ਜਿਹਦੇ ਕਰਕੇ 2 ਸਾਲ ਮੇਰੇ ਜੇਲ੍ਹ ਵਿੱਚ ਹੀ ਲੰਘ ਗਏ। ਮੈਂ ਤੁਹਾਨੂੰ ਚਿੱਠੀ ਲਿਖ ਰਿਹਾ, ਜੇ ਹੁਣ ਤੁਸੀਂ ਮੇਰਾ ਆਉਣਾ ਘਰੇ ਮਨਜ਼ੂਰ ਕਰਦੇ ਹੋ, ਵੀ ਮੈਨੂੰ ਤਿਆਰ ਹੋ, ਰਾਜੀ ਹੋ ਘਰ ਵਿੱਚ ਦਾਖਲ ਕਰਨ ਵਾਸਤੇ, ਤਾਂ ਮੈਂ ਰੇਲਵੇ ਸਟੇਸ਼ਨ ਤੇ ਆਵਾਂਗਾ। ਜਿਹੜਾ ਆਪਣੇ ਰੇਲਵੇ ਸਟੇਸ਼ਨ ਤੇ ਇੱਕ ਦਰਖਤ ਲੱਗਾ ਹੈ ਬੋਰਡ ਦਾ, ਉਹਦੀ ਟਾਹਣੀ ਦੇ ਨਾਲ ਚਿੱਟਾ ਕੱਪੜਾ ਤੁਸੀਂ ਬੰਨ੍ਹ ਦਿਓ, ਮੈਨੂੰ ਪਤਾ ਲੱਗ ਜੂਗਾ, ਮੈਂ ਗੱਡੀ ਵਿੱਚੋਂ ਵੇਖ ਲੂੰਗਾ ਬਾਰੀ ਵਿੱਚ ਦੀ ਵੀ ਤੁਸੀਂ ਮੈਨੂੰ ਆਉਣ ਲਈ ਰਾਜੀ ਹੋ, ਉਹ ਨਿਸ਼ਾਨੀ ਹੋ ਜੂਗੀ। ਉਹ ਚਿੱਠੀ ਪਹੁੰਚ ਗਈ ਘਰਦਿਆਂ ਤੱਕ, ਉਹਨਾਂ ਨੇ ਪੜ੍ਹੀ
इधरों चल पिया ट्रेन दे विच। ट्रेन दे विच जदों आ रहा ना तो आपदा जिहड़ा मुख आ वो बारी विच दी बार बार वेख रहा। सारे कह रहे ने भी तैनूं की हो गया, भी स्टेशन ने आ ही जाना। जिहड़े आम यात्री सन विच बैठे कहते कोई गल नहीं, स्टेशन ने आ ही जाना, भी इन्नी तैनूं अच भी जिहड़ी आ किस गल दी लगी। कहता तुहानूं नहीं पता। मैं वो दरख्त ते निगाह मारनी भी उत्थे कुछ है कि नहीं, जे कुछ नहीं तो मैं सीधा ही लंघ जाना, घरे नहीं जाना। फिर आग्या नहीं ना मिली। जदों नेड़े पहुंचे ने स्टेशन दे, जदों दरख्त आया ना ਉਹਦੀ एक डाणी दे नाल चिट्टा कपड़ा नहीं, सारियां डाणियां दे नाल चिट्टे कपड़े बन्ने हुए ने। क्यों? भी किते ना होवे उहनूं काल विच दिख ही ना। सारियां डाणियां दे नाल चिट्टे कपड़े, भी आ जा तूं, तैनूं आग्या वा, कोई गल नहीं। भुल्लण अंदर सब को भुल गुरु करतार। भी तैनूं वाजां मार रहे हैं तां बन्ने, भी किते रह ना जावे, किते दिल ही ना टुट जे, किते दिखे ही ना। कई बारी बंदे नूं सामने कोई चीज़ नहीं दिखती, तो सारियां टाणियां दे नाल सारा दरख्त ही सफेद सफेद कीता उन्होंने। इदां ही गुरु साहिबान ने अपने, जे कोई गलती भी हो गई ना बंदे तो, गुरु साहिबान भी आवाज़ां मारते ने। जिवें वो नौजवान दे घरदियां ने आख्या तू आ सही, कोई गल नहीं, जिंदगी आ, बड़ा कुछ हो जाता, सब ठीक हो जाएगा। गुरु साहिबान भी कहते ने आगे समझ चलो नंद लाला, पाछै जो बीती सो बीती। पिछली उम्र गुनाही बीती, हर की भगत न कीती। आगे समझ चलो नंद लाला, पाछै जो बीती सो बीती। गुरु साहिबान भी कदे परमात्मा भी आवाज़ां मार रहा, कदे मसीत विचों कुरान बन के, किते मंदिर विचों भागवत गीता दे बोल, किते आवाज़ां मार रहा, किते ब्रह्मंड दे बादशाह गुरु ग्रंथ साहिब जी महाराज राही, किते भाई गुरदास जी दियां वारां राही, किते भाई नंद लाल जी दियां रचनावां राही आवाज़ां मार रहा भी आओ सही तुसीं, आओ जी तू हर जस सरवण सुनावना, आओ सही। इन्ना प्यार करता है गुरु। एक अवतार, फिर दूजा अवतार, फिर तीजा अवतार, 10 पातशाहियां दी जोत गुरु ग्रंथ साहिब जी। इन्ना प्यार है। संत का मार्ग धर्म की पौड़ी, को वड भागी पाए। जिहड़ा गुरु दा मार्ग आ ਉਹਦੇ ਵਿੱਚ ਪਹਿਲਾਂ ਸਭ ਤੋਂ ਪਹਿਲੇ ਪਿਆਰੇ ਦਾ ਨਾਮ ਭਾਈ ਦਇਆ ਸਿੰਘ ਜੀ, ਦੂਜੇ ਪਿਆਰੇ ਦਾ ਨਾਮ ਭਾਈ ਧਰਮ ਸਿੰਘ ਜੀ, ਫਿਰ ਭਾਈ ਹਿੰਮਤ ਸਿੰਘ ਜੀ, ਫਿਰ ਭਾਈ ਮੁਹਕਮ ਸਿੰਘ ਜੀ, ਫਿਰ ਭਾਈ ਸਾਹਿਬ ਸਿੰਘ ਜੀ। ਦਇਆ ਸਿੰਘ ਪਹਿਲਾਂ ਕਾਹਤੋਂ ਰੱਖਿਆ? दया सिंह पहला रखण दे अर्थ नाम यही सी, जिथे दया होगी ना उथे धर्म होगा, जिथे जियां ते तरस होगा, जिथे जियां ते तरस होगा उथे धर्म होगा। गुरु नानक साहिब जी दे कोल पिता जी उन्हां दे चले गए, जदों मोदी खाने च नौकरी करते सी, जाके कहा पुत्र मैं सुनिया जिहड़ा मोदी खाने च नौकरी करदा उहदी कोठी पै जांदी है दिनां च, की जोड़िया तूं, किन्ने क पैसे जोड़ ले ने? पिता जी बहुत पैसे जोड़ ले। ठीक आ, कित्थे सांभे ने? बस सांभे होए ने, किते उवें तां नहीं सांभते जिवें चूड़ काणे विच सांभे सी। जदों भाई बाले दे नाल तैनूं भेजिया सी सौदा खरीदण वास्ते, किते उवें तां नहीं पक्के तां नहीं सामते। मैं सुनिया जिहड़ा मोदी खाने नौकरी करदा उहदी कोठी दिनां जी खड़ी हो जाती है। कित्थे सांभे ने? पिता जी सही गल दसां मेरे कोल कोई पैसा नहीं, कोई पैसा नहीं जुड़िया। कहंदे पहलां ही पता सी, पहलां ही पता तूं पैसा जोड़ ही नहीं सकदा। कहंदे पिता जी की आख्या सी, जे जेब च बंदे दे पैसे होण, सामने कोई गरीब दिखे ते उहदे पैरां च जोड़ा ना होवे,
ਸਾਹਮਣੇ ਕੋਈ ਗਰੀਬ ਦਿਖੇ, ਉਹ ਭੁੱਖੋਂ ਢਿੱਡਾ ਹੋਵੇ, ਢਿੱਡ ਤੋਂ ਭੁੱਖਾ ਹੋਵੇ, ਉਹਨੂੰ ਭੋਜਨ ਦੀ ਭੁੱਖ ਲੱਗੀ ਹੋਵੇ, ਤੇ ਫਿਰ ਜੇਬ ਵਿੱਚ ਪੈਸੇ ਕਿੱਥੇ ਟਿਕਦੇ ਨੇ ਪਿਤਾ ਜੀ? ਨਾ ਤਲੀ ਤੇ ਟਿਕਦੇ ਨੇ, ਨਾ ਜੇਬ 'ਚ ਦਮੜੇ ਟਿਕਦੇ ਨੇ। ਉਹਨੂੰ ਖਵਾਉਣੀ ਪੈਂਦੀ ਹੈ, ਮੇਰੀ ਮਜਬੂਰੀ ਆ ਪਿਤਾ ਜੀ। ਪੈਸਾ ਸਿਰਫ ਤੇ ਸਿਰਫ ਕੰਜੂਸ ਬੰਦੇ ਕੋਲ ਟਿਕ ਸਕਦਾ। ਮੇਰੇ ਹਿਰਦੇ ਵਿੱਚ ਜਿੰਨਾ ਸਮਾਂ ਦਇਆ ਹੈ ਨਾ, ਉਤਨਾ ਸਮਾਂ ਮੇਰੇ ਪਾਸ ਪੈਸਾ ਨਹੀਂ ਟਿਕ ਸਕਦਾ। ਭੁੱਖੇ ਸਾਧੂਆਂ ਨੂੰ ਚੂੜ ਕਾਣੇ ਵਿੱਚ ਉਹਨਾਂ ਭੋਜਨ ਛਕਾਇਆ। ਹੁਣ ਮੋਦੀ ਖਾਨੇ ਵਿੱਚੋਂ ਜੋ ਮਿਲਦੇ ਨੇ ਉਹ ਗਰੀਬਾਂ ਦੇ ਸਹਾਰੇ ਬਣਦੇ। ਗੁਰੂ ਨਾਨਕ ਜੀ ਕਿਤੇ ਭਾਈ ਮਰਦਾਨਾ ਜੀ ਦੀ ਸਹਾਇਤਾ ਕਰਦੇ ਨੇ, ਕਿਤੇ ਪਿਆਰੇ ਆਪਦੇ ਮਰੀਦਾਂ ਦੀ ਸਹਾਇਤਾ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਤਾ ਜੀ ਮੈਥੋਂ ਇਹ ਸਾਂਭੇ ਨਹੀਂ ਜਾ ਰਹੇ, ਕਿਉਂਕਿ ਮੇਰੇ ਵਿੱਚ ਦਇਆ ਵਾ, ਤਰਸ ਆ, ਮੇਰੀ ਤਲੀ ਤੇ ਪੈਸਾ ਨਹੀਂ ਟਿਕ ਸਕਦਾ। ਇਹ ਆਖਿਆ ਸੀ। ਪਹਿਲੇ ਪਿਆਰੇ ਦਾ ਨਾਮ ਭਾਈ ਦਇਆ ਸਿੰਘ ਜੀ, ਦੂਸਰੇ ਪਿਆਰੇ ਦਾ ਨਾਮ ਧਰਮ ਸਿੰਘ ਜੀ। ਜਪਜੀ ਸਾਹਿਬ ਦੇ ਵਿੱਚ ਉਹਨਾਂ ਤੁਹਾਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਮਿਲ ਜਾਣਗੇ। ਜੇ ਤੁਸੀਂ ਇਕੱਲਾ ਪੜ੍ਹੋਗੇ ਫਿਰ ਨਹੀਂ, ਜੇ ਤੁਸੀਂ ਉਹਨੂੰ ਸਮਝੋਗੇ, ਉਹਦਾ ਐਨਾਲਾਈਜ਼ ਕਰੋਗੇ, ਉਹਦਾ ਵਿਸ਼ਲੇਸ਼ਣ ਕਰੋਗੇ, ਗੁਰੂ ਨਾਲ ਪਿਆਰ ਕਰੋਗੇ, ਤੇ ਤੁਹਾਨੂੰ ਸਾਰੇ ਅਰਥ ਮਿਲ ਜਾਣਗੇ। ਤੁਹਾਡੀ ਜ਼ਿੰਦਗੀ ਦੇ ਜਵਾਬ ਵੀ ਮਿਲ ਜਾਣਗੇ ਵੀ ਅਸੀਂ ਆਹ ਕਿਉਂ ਕਰਦੇ ਹਾਂ, ਕਈ ਚੀਜ਼ਾਂ ਕਿਉਂ ਸਾਥੋਂ ਹੋ ਜਾਂਦੀਆਂ ਨੇ। ਹਰ ਗੱਲ ਦਾ ਜਵਾਬ ਤੁਹਾਨੂੰ ਗੁਰੂ ਨਾਨਕ ਕੀ ਬਾਣੀ ਵਿੱਚ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਆ ਨਾ, ਉਹ ਦਇਆ ਦਾ ਪੁੱਤਰ ਆ। ਜਿਹੜੇ ਧਰਮ ਦੇ ਵਿੱਚ ਦਇਆ ਨਹੀਂ, ਉਹਨੂੰ ਧਰਮ ਕਹਿਣ ਦੀ ਲੋੜ ਨਹੀਂ। ਜਿਹੜੇ ਹਿਰਦੇ ਦੇ ਵਿੱਚ ਦਇਆ ਨਹੀਂ, ਉਹਨੂੰ ਵੀ ਤੁਹਾਨੂੰ ਧਰਮ ਕਹਿਣ ਦੀ ਲੋੜ ਨਹੀਂ। ਇੱਕ ਕਿਸਾਨ ਸੀ, ਤੁਹਾਨੂੰ ਸਮਝ ਲੱਗੇਗੀ ਵੀ ਕਹਿਣ ਮਾਤਰ ਨਹੀਂ ਹੁੰਦਾ। ਤੁਸੀਂ ਕਿਸੇ ਨੂੰ ਕੁਝ ਦਵੋਗੇ ਨਾ ਤੇ ਤੁਹਾਨੂੰ ਦੁੱਗਣਾ ਹੋ ਕੇ ਮਿਲੂਗਾ। ਇਹ ਗੁਰਬਾਣੀ ਦਾ ਸਿਧਾਂਤ ਆ। ਦੇਖੋ ਬੀਜ ਆਪਾਂ ਝੋਲੇ ਵਿੱਚ ਪਾ ਕੇ ਲੈ ਕੇ ਜਾਂਦੇ ਆ ਨਾ ਖੇਤ, ਬੀਜ ਤੇ ਟਰਾਲੀ ਭਰ ਕੇ ਲੈ ਕੇ ਆਉਂਦੇ ਆ। ਗੁਰਬਾਣੀ ਇਹ ਕਹਿ ਰਹੀ ਆ ਵੀ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਅਣ ਦਿੱਤਾ ਕਿਛ ਹੱਥ ਨਾ ਆਵੇ। ਧਰਤੀ ਨੂੰ ਬੀਜ ਦਵੋਗੇ, ਝੋਲਾ ਭਰ ਕੇ ਲੈ ਕੇ ਗਏ ਤੇ ਟਰਾਲੀ ਭਰ ਕੇ ਲੈ ਕੇ ਆਉਂਗੇ। ਸਰੀਰ ਵੀ ਧਰਤੀ ਆ, ਇਸ ਵਿੱਚ ਜੇਹਾ ਬੀਜੈ ਤੇਹਾ ਫਲ ਪਾਏ। ਇਹ ਵੀ ਧਰਤੀ ਆ। ਕਿਸਾਨ ਸੀ ਕੋਈ, ਤੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ। ਉੱਥੇ ਕੋਲ ਹੀ ਥੋੜੀ ਦੂਰ ਨੇ ਇੱਕ ਦਲਦਲ ਸੀ। ਦਲਦਲ ਇਉਂ ਹੁੰਦੀ ਆ, ਜੇ ਕੇਰਾ ਬੰਦਾ ਵਿੱਚ ਉਹਦੇ ਚਲਿਆ ਗਿਆ ਨਾ ਤੇ ਧੱਸ ਜੇਗਾ, ਤੇ ਕਿਸੇ ਨੇ ਉਹਨੂੰ ਕੱਢਿਆ ਨਾ ਬਾਹਰ ਤੇ ਉਹ ਅੰਦਰ ਉਹਦੀ ਮੌਤ ਵੀ ਹੋ ਜਾਂਦੀ ਆ। ਕਿਸਾਨ ਨੇ ਵੇਖਿਆ ਕੋਈ ਬੱਚਾ ਚੀਕਾਂ ਮਾਰ ਰਿਹਾ, ਚਲਾ ਰਿਹਾ, ਤੇ ਉੱਥੇ ਪਹੁੰਚਿਆ ਤੇ ਰੱਸਾ ਸੁੱਟ ਕੇ ਉਹ ਬੱਚੇ ਦੀ ਜਿਹੜੀ ਜਾਨ ਆ ਬਚਾ ਦਿੱਤੀ। ਉਹ ਜਿਹੜਾ ਬੱਚਾ ਸੀ ਬਹੁਤ ਹੀ ਅਮੀਰ ਸੀ, ਘਰੋਂ ਬਹੁਤ ਜ਼ਿਆਦਾ ਰਈਸ ਸਨ, ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਸੀ। ਉਹਨਾਂ ਦੇ ਮਾਂ ਪਿਓ ਆਏ ਤੇ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਵੀ ਸਾਡਾ ਇੱਕ ਲੌਤਾ ਪੁੱਤਰ ਆ ਇਹ, ਤੇ ਤੁਸੀਂ ਇਹਦੀ ਜਾਨ ਬਚਾਈ ਆ, ਤੇ ਆਹ ਪੈਸੇ ਲਓ ਤੇ ਤੁਹਾਡਾ ਜਿਹੜਾ ਗੁਜ਼ਾਰਾ ਸੌਖਾ ਚੱਲੇਗਾ। ਤੁਸੀਂ ਕਿਸਾਨ ਹੋ, ਇੱਕ ਮਜ਼ਦੂਰ ਹੋ। ਉਹ ਕਿਸਾਨ ਕਹਿੰਦਾ ਵੀ ਨਹੀਂ, ਕਿਸੇ ਦੀ ਜਾਨ ਬਚਾਉਣ ਦੇ ਬਦਲੇ ਮੈਂ ਪੈਸੇ ਲਵਾਂ, ਇਹ ਮੈਂ ਕਦੇ ਵੀ ਨਹੀਂ ਚਾਹੁੰਦਾ, ਇਹ ਨਹੀਂ ਮੈਂ ਚਾਹੁੰਦਾ। ਕਹਿੰਦੇ ਠੀਕ ਆ, ਜੇ ਤੂੰ ਪੈਸੇ ਨਹੀਂ ਲੈਣੇ। ਉੱਥੇ ਕੋਲ ਹੀ ਕਿਸਾਨ ਦਾ ਇੱਕ ਛੋਟਾ ਜਿਹਾ ਬੱਚਾ ਸੀ ਖੜਾ। ਕਹਿੰਦੇ ਇਹਨੂੰ ਪੜ੍ਹਾ ਦਿੰਦੇ ਹਾਂ ਅਸੀਂ, ਇਹਨੂੰ ਪੜ੍ਹਾ ਦਿੰਦੇ ਹਾਂ ਅਸੀਂ, ਇਹਦਾ ਸਾਰਾ ਖਰਚਾ ਅੱਜ ਤੋਂ ਸਾਡਾ। ਇਹਨੂੰ ਚੰਗੀ ਯੂਨੀਵਰਸਿਟੀ ਵਿੱਚ ਆਪਾਂ ਦਾਖਲ ਕਰਵਾਵਾਂਗੇ ਤੇ ਪੜ੍ਹਾਵਾਂਗੇ। ਉਹ ਕਹਿੰਦਾ ਠੀਕ ਆ ਵੀ ਚਲੋ ਬੱਚੇ ਨੂੰ ਤੁਸੀਂ ਪੜ੍ਹਾ ਦਿਓ। ਉਹ ਬੱਚੇ ਤੇ ਸਾਰਾ ਖਰਚਾ ਕੀਤਾ। ਉਹ ਵੱਡਾ ਹੋ ਕੇ ਕਿਸਾਨ ਦਾ ਪੁੱਤਰ ਵਿਗਿਆਨੀ ਬਣਿਆ। ਉਹਨੇ ਪੈਨਸਲੀਨ ਦੀ ਕਾਢ ਕੱਢੀ, ਜਿਹਦੇ ਨਾਲ ਬਹੁਤ ਬਿਮਾਰੀਆਂ ਠੀਕ ਹੁੰਦੀਆਂ ਨੇ, ਬਹੁਤ ਜ਼ਿਆਦਾ। ਉਹ ਵਿਗਿਆਨੀ ਬਣ ਗਿਆ। ਕਮਾਲ ਦੀ ਗੱਲ ਇਹ ਹੋ ਗਈ
कि बाद ਜਿਹੜਾ ਰੀਸ ਸੀ ਨਾ ਬੰਦਾ, ਉਹਦਾ ਜਿਹੜਾ ਪੁੱਤਰ ਸੀ ਉਹਨੂੰ ਨਮੂਨੀਆ ਹੋ ਗਿਆ, ਬਹੁਤ ਬਿਮਾਰ ਹੋ ਗਿਆ। तो ठीक पता कि दवाई ना होया, एक किसान दे पुत्र दी जिहड़ी बनाई हुई पेंसिलीन सी ना, वो जिहड़ी काढ़ कड्ढी सी उहदे नाल मुड़ के उहदी जान बची। डॉक्टरां ने जवाब देता, कहंदे नहीं बचना। फिर वो दवाई नाल ठीक होया जिहड़ी उहदे पिता ने किसान दे बच्चे नूं पढ़ाया ते उहने जिहदी खोज कड्ढी, दिता लईए अपना अण दिता किश हथ ना आवे। उदों उन्होंने पता लगा भी दौलत वड्डी नहीं हुंदी, दया वड्डी हुंदी है। बच्चे ते तरस कीता, उन्होंने पढ़ाया, विग्यानी बनिया, आपदी खोज कीती उन्हें पदार्थ दी, पेंसिलीन दी काढ़ कड्ढी, बहुत जाना उहदे नाल बचियां। बहुत जाना दे विच वो एक अमीर बंदे दी जिहड़ा पुत्र सी, उहदी इकलौता पुत्र, उहदी जान भी बची। सो जो भी तुसी दुनिया नूं दोगे ना, जे तुसी दुख दोगे किसी नूं, एक गुणा नहीं कई गुणा होके वापस मिलूगा। जे सुख दोगे एक गुणा नहीं कई गुणा होके वापस मिलूगा। पातशाह जी कहंदे शरीर धरती आ सिक्खा, धरती आ, जिवें धरती विच एक बीज बोया कई बीज निकल आए, शरीर नूं भी धरती जान। सो संत का मार्ग धर्म की पौड़ी, को वड भागी पाए। कोट जन्म के किल विख नासे, हर चरणी चित लाए। जिहड़ा साधु दा मार्ग हुंदा ना, ते जिहड़ी धर्म की पौड़ी हुंदी आ, इत्थे चलना बहुत औखा। को वड भागी पाए। एक फकीर सी ते जा रहे सी, रस्ते विच शैतान मिलिया, कोई शैतान मिल गया। कहंदा जी काले कपड़े क्यों पाए आ? फरीद साहब जी कहंदे ने ना, काले मैंडे कपड़े काला मैडा वेस, गुनही भरिया मैं फिरां, लोग कहे दरवेश। काले कपड़े पाउंदे ने कई फकीर, ओहदे भी पाए अपने विच, जिवें सफेद पा लैंदे ने। जिहड़े इस्लाम विच ने वो कई नीला बाणा पा लेंदे ने, गेरू रंग दे कई फकीर पाई फिरदे ने। सो उन्हां दे काले पाए सी। कहंदे तेरा कौन मर गया? भी काले कपड़े तां जदों आपां कोई मरदा उदों पाउने हुंदे आ, ते तू क्यों पाए ने? शैतान ने आख्या। फकीर कहंदा मेरे सारे ही मर गए। कौन मर गया? काम भी मर गया, वासना भी मर गई, क्रोध भी मर गया, लोभ भी मर गया, आसा भी मर गई, उहदी भैन तृष्णा भी मर गई, हंकार भी मर गया। एक रब नहीं मरिया मेरे अंदर, बाकी सारे मर गए, बाकी सारे मर गए। कहंदा अच्छा चलो प्रशादा छक के जाओ। फकीर नूं आख्या चलो जी। घरे ले आया, थाली अगे रखण लगा ते खिच ली पिछे। कहंदा तेरे वर्गे बेलड़ा नूं कौन छकावे? कहंदा कोई गल नहीं, ठीक आ जी। तुर के जान लगा, फिर आवाज मार ली। 70 वार उहदी बेइज्जती कीती फकीर दी। प्रशादा छकाउण लग्या करे, फिर थाली पिछे नूं खिच लिया करे। जदों 70 वार बेइज्जती हो गई तो कहंदा वाकई तेरे अंदरों मर गए ने, वाकई तेरे अंदर गुस्सा है नहीं, मर गया। वाकई तेरे अंदर हंकार है नहीं, मर गया। वाकई तेरे अंदर लोभ है नहीं, मर गया। आसा तृष्णा भी मर गई, कुछ नहीं तेरे अंदर। शैतान ने आख्या तू अंदरों बिल्कुल साफ हाँ। फकीर ने आख्या, कहंदा ज़्यादा फुसला ना मैनू, ज़्यादा फुसला ना। साधु दी मंजिल आ ना जिहड़ी बहुत अगे हुंदी आ। इह काम जिहड़ा मैं कीता एक सवान भी कर लैंदा, एक कुत्ता भी कर लैंदा, कूकर भी कर लैंदा। किवें? हुण रोटी पा दिओ, पिछे पिछे आऊगा, डांग मार दिओ, फिर भजा दिओ, फिर रोटी पा दो, फिर आ जाऊगा। आ जिहड़ा तू मेरे नाल कीता ना, एक कूकर भी कर लूगा जिहड़ा मैं तेरे नाल कीता, तू मेरे नाल कीता। ये जानवर भी कर लैणगे। साधु दी मंजिल तां बहुत अगे आ, इदों बहुत ज़्यादा अगे आ। इनू साधु दा मार्ग ना समझी। संत का मार्ग धर्म की पौड़ी,
को वड भागी पाए। साधु दी मंजिल किते अगे इदों भी अगे अवस्था, इन्नी उच्ची अवस्था हुंदी आ। अपनी कोई एक बार बेइज्जती कर दे, आपां मुड़ के उहदी दहलीज ते नहीं चढ़दे जाके। वो इंसान दी 70 बार उहदी बेइज्जती कीती ते 70 बार आ गया, क्योंकि अंदर गुस्सा नहीं सी। जे उहदे अंदर गुस्सा हुंदा उहने भी नहीं सी आउणा। सो यह जिहड़ा मार्ग आ ना धर्म का, ये वडभागियां दे हिस्से आया होया। ये पौड़ी ये टंबियां ते कोई विरला ही चढ़दा। 13 जन एक आद कोई। 4 तरह दे बंदे मनदी आ बाणी, कहंदे 4 तरह दे इंसान हुंदे ने। पहले नंबर ते संसारी हुंदे आ, जिन्हां दी तादाद बहुत ज़्यादा वा, जिहड़े वड्डी गिणती विच ने। पहले नंबर दे अर्थ की ने? जिन्हां दी बहुत गिणती आ, ज़्यादा प्रतिशत ने जिहड़े। दूजे नंबर ते जगियासू हुंदे ने। संसारी आपां उहनूं कहने आ जदों ओह बैठदा उहदे अंदर जां तां परिवार दी याद हुंदी है, जां बाजार दी याद हुंदी है, जां कितों किन्ने लैणे, कितों किन्ने किहदे देणे ने, आ यादां हुंदियां ने। जां लंघ चुके समय दीयां यादां हुंदियां ने, आउण वाले समय दी चिंता हुंदी आ। मेरे नाल इवें नहीं होना चाहिदा, किते औ ना होवे हो जावे। मेरे नाल इवें होना चाहिदा, किते औ ना होवे होवे ही ना। मेरे नाल इउं होया सी, क्यों हो गया इउं? जिहदे अंदर इहो जिहियां यादां ने उहनूं संसारी कहा जांदा। जिहदे अंदर कुछ जानण दी जिग्यासा पैदा हो गई, सवाल पैदा हो गए, मन क्यों नहीं टिकदा, क्यों ये भज्या फिरदा? जे मैं पा भी लिया ना सब कुछ ते तां भी पा के कुछ नहीं पाउणा जे मन ना टिकिया। इहो जे बंदे नूं जिहड़ा जाग जांदा जगियासू कहंदे ने, जिहड़ा जागया होया। तीसरे नंबर ते फिर आउंदा है साधु, जिहड़ा सच ते चल पैंदा, जो गुरु कहंदा शंका नहीं करदा, बस उहने चल पैना। कोई सवाल नहीं, कोई तर्क नहीं, बस जो गुरु ने कहता भी ओ देख सामने, इदां इदां करके जा ते इदां इदां करके पहुँच जाएगा। उन्हें कोई सवाल नहीं करना, 7 बचन कह के ते उन्हें चलिया जाना। उन्होंने साधु कहंदे ने जो सच ते तुर पैंदा, जो तुरदा तुरदा एक दिन पहुँच जाता, उन्हों ही संत का मार्ग कहंदे ने। संत का मार्ग धर्म की पौड़ी को वडभागी पाए। कहंदे जे 1000 बंदे बैठे होण ना ते उहदे विच 2-3 जगियासू हुंदे ने, 2-3 जगियासू हुंदे ने, बस वध तो वध। जे कहंदे 1000 जगियासू बैठे होण ते उहदे विच 1-2 साधु हुंदे ने सिर्फ। कि बहुत दुनिया बैठी होवे, करोड़ां दुनिया इकट्ठी हुई होवे, उह च एक संत हुंदा, एक संत। कोटन मैं नानक को नारायण जिह चीत। संत एक लिबास दा नाम नहीं, संत एक अवस्था दा नाम आ, अवस्था दा नाम आ। हे वाहिगुरु, शायर कहंदा जदों बैठदे आ तैनूं याद करदे आ ना, उदों तू याद नहीं आउंदा, उदों परिवार याद आउंदा। जदों तैनूं वाहिगुरु याद करन लगदे आ, उदों काम धंधे चेते आउंदे ने, प्रभता चेते आउंदी है, तेरी याद नहीं चलदी अंदर। माला दे मणके जदों फेरदा मैं, शायर कहंदा सिमरती विच यादां विच तेरियां यादां नहीं हुंदियां, कुछ होर ही हुंदा। गल उदों नहीं बनदी, शायर कहंदा गल उदों नहीं बनदी जदों रब नूं याद करना पवे, ख्याल करना। गल उदों नहीं बनदी जदों रब नूं याद करना पवे, गल तां उदों बनदी है जदों भुल्ले ही ना। बिल्कुल गल उदों बनदी है जदों भुल्लदा ही नहीं। चुभी रही सुरत प्रभ चरणन में, जदों इउं चुभ जाती है सुरत, उहदे विचों निकल नहीं पाउंदी, खुब जाती है। संत का मार्ग धर्म की पौड़ी को वडभागी पाए।
कोट जन्म के किल विख नासे, हर चरणी चित लाए। ਕਰੋੜਾਂ ਜਨਮਾਂ ਦੇ ਜਿਹੜੇ ਕਿਲ ਵਿਖ ਹੁੰਦੇ ਨੇ, ਪਾਪ ਜਿਹੜੇ ਹੁੰਦੇ ਨੇ, ਉਦੋਂ ਉਤਰ ਜਾਂਦੇ ਨੇ ਜਦੋਂ ਪੂਰਾ ਗੁਰੂ ਕਿਰਪਾ ਕਰ ਦਿੰਦਾ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਉਦੋਂ ਕਰੇ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ। ਉਦੋਂ ਇਸ਼ਨਾਨ ਹੋ ਜਾਂਦਾ ਮਨ ਦਾ, ਕੇਵਲ ਤਨ ਦਾ ਨਹੀਂ। ਉਦੋਂ ਸਾਧੂਆਂ ਦੇ ਸੰਗ ਹੋ ਕੇ ਤਰ ਜਾਈਦਾ, ਉਹਨਾਂ ਦੀ ਸੰਗਤ ਵਿੱਚੋਂ। ਦੇਖੋ, ਜਿਹੜੀ ਚੀਜ਼ ਦੀ ਸਰੀਰ ਤੱਕ ਪਹੁੰਚ ਆ, ਉਹ ਸਰੀਰ ਨੂੰ ਹੀ ਸਾਫ਼ ਕਰ ਸਕਦੀ ਆ, ਮਨ ਨੂੰ ਨਹੀਂ। ਜਿਹੜੀ ਚੀਜ਼ ਦੀ ਮਨ ਤੱਕ ਪਹੁੰਚ ਹੀ ਨਹੀਂ, ਉਹਨੂੰ ਸਾਫ਼ ਨਹੀਂ ਕਰ ਸਕਦੀ। ਇਸ ਕਰਕੇ ਪਾਤਸ਼ਾਹ ਜੀ ਨੇ ਪਾਣੀ ਦਾ ਤੇ ਬਾਣੀ ਦਾ ਦੋਨਾਂ ਦਾ ਸੁਮੇਲ ਰੱਖਿਆ, ਸੰਗਮ ਰੱਖਿਆ। ਸੰਗਮ ਕੀ ਹੁੰਦਾ? ਇਕੱਠ, ਕਿਸੇ ਚੀਜ਼ ਨੂੰ ਮਿਲਾ ਕੇ ਕੋਈ ਚੀਜ਼ ਤਿਆਰ ਕਰਦੇ ਨਹੀਂ। ਮੈਂ ਕੱਲੀ ਕੱਲੀ ਚੀਜ਼ ਪਈ ਹੁੰਦੀ ਆ। ਉਦਾਹਰਨ ਜੇ ਲਈਏ, ਖੰਡ, ਆਟਾ ਤੇ ਘਿਓ ਤੇ ਪਾਣੀ, ਜਲ ਇਕੱਠਾ ਕਰਕੇ ਤਿਹਾਵਲ ਕੜਾਹ ਪ੍ਰਸ਼ਾਦ ਬਣਦਾ। ਪਹਿਲਾਂ ਅਲੱਗ-ਅਲੱਗ ਹੁੰਦੇ ਨੇ, ਜਦੋਂ ਆਪਾਂ ਇਕੱਠਾ ਕਰ ਦਿੰਦੇ ਆ ਤੇ ਕਿੰਨਾ ਸਵਾਦਿਸ਼ਟ ਬਣ ਜਾਂਦਾ। ਪਹਿਲਾਂ ਅਲੱਗ-ਅਲੱਗ ਚੀਜ਼ਾਂ ਪਈਆਂ ਹੁੰਦੀਆਂ ਨੇ। ਮਹਾਰਾਜ ਨੇ ਸੋਚਿਆ ਵੀ ਜਲ ਇਹਨੂੰ ਕੇਵਲ ਇਉਂ ਨਾ ਰੱਖੀਏ, ਪਾਣੀ ਨੂੰ ਬਾਣੀ ਨਾਲ ਜੋੜ ਦਈਏ। ਉਹਨਾਂ ਨੇ ਫਿਰ ਪਾਣੀ ਨੂੰ ਬਾਣੀ ਦੇ ਨਾਲ ਜੋੜਿਆ, ਜਲ ਬਣਾ ਦਿੱਤਾ। ਆਪਾਂ ਸ਼ਬਦ ਯੂਜ਼ ਕਰਦੇ ਹਾਂ, ਜਲ ਸਤਿਕਾਰ ਦਿੰਦੇ ਹਾਂ। ਆਮ ਘਰਾਂ ਵਿੱਚ ਆਪਾਂ ਹੁੰਨੇ ਤੇ ਆਪਾਂ ਕਹਿੰਦੇ ਪਾਣੀ। ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਸਤਿਕਾਰ ਦਿੰਦੇ ਹਾਂ, ਉਹ ਪਾਣੀ ਦੇ ਨਾਲ ਬਾਣੀ ਜੁੜੀ ਹੁੰਦੀ ਆ, ਤਾਂ ਆਪਾਂ ਨੂੰ ਜਲ ਕਹਿਣਾ ਸ਼ੋਭਦਾ। ਘਰਾਂ ਦੇ ਵਿੱਚ ਜਿਹੜਾ ਹੁੰਦਾ ਉਹ ਆਪਾਂ ਉਹਨਾਂ ਨਹੀਂ ਕਰ ਪਾਉਂਦੇ। ਉੱਥੇ ਕੀਰਤਨ ਦੀਆਂ ਤਰੰਗਾਂ ਉਹਨਾਂ ਤੇ ਆਉਂਦੀਆਂ ਨੇ ਵਿੱਚ ਦੀ ਹੋ ਕੇ, ਤੇ ਉਹ ਜਲ ਬਣ ਜਾਂਦਾ। ਇੱਕ ਖੋਜ ਦੇ ਦੌਰਾਨ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਕੀ ਕੀਤਾ ਨਾ, ਵਿਗਿਆਨੀਆਂ ਨੇ ਪਾਣੀ ਬਰਤਨ 'ਚ ਪਾ ਕੇ ਨਾ ਰੱਖ ਲਿਆ, ਤਾਂ ਉਹਦੇ ਕੋਲ ਉਹਨਾਂ ਨੇ ਸੰਗੀਤ ਚਲਾਇਆ। ਸੇਮ ਉਹਨਾਂ ਨੇ ਪਾਣੀ ਲਿਆ, ਉਹੀ ਬਰਤਨ, ਇੱਕ ਪਾਣੀ ਕੋਲ ਸਾਰਾ ਦਿਨ ਉਹਨਾਂ ਨੇ ਸੰਗੀਤ ਚਲਾ ਦਿੱਤਾ। ਕੋਈ ਬਹੁਤ ਮਿੱਠਾ ਮਿੱਠਾ ਸੰਗੀਤ ਚੱਲਿਆ ਸਾਰਾ ਦਿਨ। ਇੱਕ ਪਾਣੀ ਉੱਦਾਂ ਹੀ ਪਿਆ ਰਿਹਾ। ਜਦੋਂ ਉਹਨਾਂ ਨੇ ਬਾਅਦ ਵਿੱਚ ਉਹਨੂੰ ਬਹੁਤ ਖੋਜਿਆ ਤੇ ਪਤਾ ਲੱਗਾ ਵੀ ਜਿਹੜੇ ਪਾਣੀ ਕੋਲ ਸੰਗੀਤ ਚੱਲਿਆ, ਉਹ ਪਾਣੀ ਦੇ ਜਿਹੜੇ ਕ੍ਰਿਸਟਲ ਹੁੰਦੇ ਆ, ਉਹਨਾਂ ਦਾ ਆਕਾਰ ਬਣਿਆ ਹੋਇਆ ਸੀ, ਕਿਸੇ ਸ਼ੇਪ ਵਿੱਚ ਜੁੜ ਗਏ ਇੱਕ ਦੂਜੇ ਨਾਲ। ਉਹ ਸੋਹਣੇ ਲੱਗ ਰਹੇ ਸੀ ਦੇਖਣ ਨੂੰ। ਜਿਹੜਾ ਸੰਗੀਤ ਤੋਂ ਵਾਂਝਾ ਸੀ, ਉਹਦੇ ਕ੍ਰਿਸਟਲ ਖਿੰਡੇ ਪਏ ਸੀ। ਜੇ ਘਰ ਦੇ ਵਿੱਚ ਕਹਿੰਦੇ ਜਿਵੇਂ ਸਾਜੋ ਸਮਾਨ ਖਿਲਰਿਆ ਨਹੀਂ ਪਿਆ ਹੁੰਦਾ ਕਮਰੇ 'ਚ, ਉਵੇਂ ਸੀ। ਜਿਹਦੇ ਸੰਗੀਤ ਦੀ ਸੰਗਤ ਕੀਤੀ ਜਿਹੜੇ ਪਾਣੀ ਨੇ, ਉਹ ਇਉਂ ਸੀ ਜਿਵੇਂ ਕਿਸੇ ਸਵਾਣੀ ਨੇ, ਕਿਸੇ ਬੀਬੀ ਨੇ ਬਹੁਤ ਕੂੜੇ ਨੂੰ ਹੂੰਝ ਕੇ ਇਕੱਠਾ ਕਰ ਦਿੱਤਾ ਤੇ ਬੈੱਡ ਸ਼ੀਟ ਚਾਦਰ ਵੀ ਵਿਛਾਈ ਪਈ ਹੋਵੇ, ਤੇ ਜਿਹੜੀ ਚੀਜ਼ ਜਿੱਥੇ ਰੱਖਣੀ ਆ ਉੱਥੇ ਰੱਖੀ ਹੋਵੇ। ਉਹ ਪਾਣੀ ਦਾ ਅੰਦਰੋਂ ਜਿਹੜਾ ਆਕਾਰ ਸੀ ਉੱਦਾਂ ਦਾ ਸੀ, ਜਿਹੜਾ ਸੰਗੀਤ ਦੀ ਸੰਗਤ ਜਿਹਨੇ ਕੀਤੀ ਸੀ। ਸੋ ਉਹਨਾਂ ਨੂੰ ਵੀ ਕਹਿਣਾ ਪਿਆ, ਵਾਕਈ ਪਾਣੀ ਵੀ ਪ੍ਰਭਾਵ ਕਬੂਲਦਾ, ਜੋ ਆਪਾਂ ਇਹਦੇ ਕੋਲ ਬੋਲਦੇ ਹਾਂ ਇਹ ਉਹੋ ਜਿਹਾ ਬਣਨ ਲੱਗ ਜਾਂਦਾ। ਸੋ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਜਲ ਆ, ਜਿਹੜੀਆਂ ਕੀਰਤਨ ਦੀਆਂ ਤਰੰਗਾਂ ਨੇ, ਜਾਂ ਕਿਸੇ ਵੀ ਗੁਰਦੁਆਰੇ ਜਾ ਜੋ ਕੋਲ ਬਾਣੀ ਆਪਾਂ ਪੜ੍ਹਦੇ ਹਾਂ ਤੇ ਜਲ ਪਿਆ, ਉਹਦਾ ਪ੍ਰਭਾਵ ਕਬੂਲੇਗਾ, ਕਬੂਲਦਾ ਉਹ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਐਸੇ ਪਰਮੇਸ਼ਰ ਦਾ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਖਾਂਦਿਆਂ ਉਹਨੂੰ ਯਾਦ ਕਰਨਾ ਚਾਹੀਦਾ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਉਦੋਂ ਮਨ ਪਵਿੱਤਰ ਹੁੰਦਾ ਜਦੋਂ ਆਪਾਂ ਸਤਿਗੁਰ ਕੀ ਸੱਚ ਸਾਖੀ, ਸਾਖੀ ਦੇ ਅਰਥ ਇੱਥੇ ਨੇ ਸਿੱਖਿਆ। ਜਦੋਂ ਸਤਿਗੁਰ ਦੀ ਸੱਚੀ ਸਿੱਖਿਆ ਆਪਾਂ ਗ੍ਰਹਿਣ ਕਰਦੇ ਹਾਂ, ਉਹਨੂੰ ਅਪਣਾ ਲੈਂਦੇ ਹਾਂ,
जो सतगुर कहंदा ਉਹਨੂੰ ਮੰਨ ਲੈਂਦੇ ਆ। महात्मा बुद्ध जी के पास कोई चल के आया तो उन्हें आके आख्या, बुद्ध जी चंद्रमा ते दाग क्यों आ, दसो तुसी बुद्ध हो। आखे केते कीते बुद्ध, जिन्ने भी बुद्ध साजे ने अज तक रब दे ही बनाए हुए ने। बुद्ध कला बुद्ध हो नहीं सकता, जे वाहिगुरु ने कृपा कीती तां सिद्धार्थ बुद्ध बनिया, तां बुद्ध हो सके, जिन्होंने ज्ञान करवाया। जिन्ने भी बुद्ध ने तेरे ही साजे ने। आके आख्या तुसी महात्मा बुद्ध हो, चंद्रमा ते दाग क्यों आ, दीवे थले हनेरा क्यों आ, दसो। महात्मा बुद्ध जी कहते ना, देख प्यारे, चंद्रमा जदों आसमान दे विच हुंदा ठंडक वरताउंदा, प्रकाश करदा, किन्ना सोहना लगदा। तेरा ध्यान सारे चंद्रमा नूं छड्ड के दाग वाल ही क्यों गया। घर दे विच दीवा जगाउने आ, रोशनी करदा, कोई चीज़ लभणी हुंदी आ ते आपां नूं उहदे विच आसानी हो जांदी आ, सोहना भी लगदा जगदा होया। ते ज्ञान दा प्रतीक भी आ दीवा, ज्ञान दा प्रतीक आ ना जिहड़ा चानण आ। चंद्रमा ठंड वरताउंदा, प्रकाश करदा, तेरा ध्यान दाग ते क्यों गया, ये पहला तू दस। दीवा ज्ञान दा प्रतीक आ, कोई चीज़ लभणी हुंदी आ, घर दे विच रोशनी करदा, आसान हो जांदा, सोहना लगदा जगदा। तेरा ध्यान दीवे दे थल्ले ही क्यों गया, तू ये क्यों लभ रिहा। तू सारा चंद्रमा छड्ड के उहदा दाग ही देखना सी। तू दीवे दी लोश दे छड्ड के उहदा प्रकाश छड्ड के उहदे थल्ले ही वेखना सी, उहदे थल्ले हनेरा क्यों। कहंदे जिहो जे असीं आप हुन्ने आ उहो जिहा ही कुछ लभदे आ, असीं ढूंढदे आ, भालदे आ। बुद्ध जी कहंदे एवें ना कर, तू दाग ना वेख, उहदी रोशनी वेख, उहदी ठंडक वेख, देखण दा ढंग बदल। एक पुस्तक पढ़ी मैं, दी सीक्रेट, कहंदे ना देखो बंदा चीज़ां नूं उवें नहीं वेखदा जिवें वो हुंदियां ने। रहस की है दे पिछे, बंदा उवें देखदा जिवें वो आप हुंदा। चीज़ां नूं असीं उवें नहीं वेखदे जिवें वो हैगियां ने, पईयां ने, जिवें दे असीं हाँ असीं उवें देखदे आ। ये रहस ही आ कहंदे। एक रहस तां देखो जिदन खुश होवांगे ना, कंडे भी इउं लगणगे जिवें फुੱਲ आ, खिड़े खिड़े लगणगे। मुरझाए फुੱਲਾਂ नूं भी खिड़े दसांगे। जिदन आप मुरझाए होए आ, उदन चाहे सामने गुलाब होवे, कमल होवे, ते ओह सोहना नहीं लगदा सानूं, ਉਹਨੂੰ भी मुरझाया होया दसांगे। इस प्रकार बंदे दी जिंदगी आ। जिद्दां दा ये आप आ उदां दे ये सारे इहनूं लगदे ने। गुरबाणी ने मोहर लाई आ किवें, सुखीए को पेखै सब सुखिया, रोगी कै भाणे सब रोगी। सुखी बंदे नूं तां इउं लगू जिद्दन उहदा कुछ नहीं दुखदा भी सारे ही सुखी ने। जिद्दन उहदा कुछ दुखदा है, उहनूं दर्द आ, तकलीफ आ, जां मन करके तकलीफ आ, जां तन करके, उहने कहना सारा संसार ही दुखी आ, मैं कल्ला नहीं। सुखीए नूं सुखी लगदे आ, दुखीए बंदे नूं सारे दुखी लगदे आ। चीज़ां नूं उवें वेखदे आ असीं जिद्दां दे असीं आप हुन्ने आ, जिद्दां दियां हुंदियां उवें नहीं असीं वेखदे। ये सीक्रेट आ, ये रहस आ। जी जंत सब भये पवित्रा, सतगुर की सच साखी। जदों आपां ये गल्लां नूं छड्ड के, आपदी मत छड्ड के भी चीज़ां नूं इउं नहीं देखना, गुरु तू आपदी सानूं सिक्ख्या दे, हुण मैं उवें जिंदगी बसर करनी आ, जिउणी आ, तां जी जिहड़े ने पवित्र हो जांदे ने, पावन हो जांदे ने। अखीरलियां पंक्तियां विच कहंदे ने महाराज, बिघन विनाशन सब दुख नासन, सतगुर नाम दृढ़ाया, खोए पाप भये सब पावन, जन नानक सुख कर आया। बिघन भी दूर हो गए, सारे कलेश भी दूर हो गए,
ਸਾਰੇ ਦੁੱਖਾਂ ਦਾ ਡੇਰਾ ਵੀ ਚੱਕਿਆ ਗਿਆ ਜਦੋਂ ਸਤਿਗੁਰ ਦਾ ਨਾਮ ਦ੍ਰਿੜਾਇਆ। ਦ੍ਰਿੜ ਕਰਨਾ ਦੇ ਅਰਥ ਆਪਾਂ ਕਈ ਵਾਰੀ ਕਰ ਵੀ ਚੁੱਕੇ, ਅੱਗੇ ਵੀ ਵਾਰ-ਵਾਰ ਕਿਸੇ ਗੱਲ ਨੂੰ ਪਕਾਈ ਜਾਣਾ। ਕਿਉਂ ਪਕਾਉਣਾ ਪੈਂਦਾ? ਕਰੋੜਾਂ ਵਾਰ ਵਾਹਿਗੁਰੂ ਕਹੋਗੇ ਤੇ ਇੱਕ ਵਾਰੀ ਕਿਹਾ ਜਾਣਾ, ਕਰੋੜਾਂ ਵਾਰ ਗੁਰੂ ਦੁਆਰੇ ਆਓਗੇ ਤਾਂ ਇੱਕ ਵਾਰੀ ਸੱਚੀ ਆਇਆ ਜਾਣਾ। ਕਿਉਂ? ਕਿਉਂਕਿ ਕਦੇ ਮਨ ਕਿਤੇ ਹੁੰਦਾ, ਕਿਸੇ ਦਿਨ ਰਸਨਾ ਕਹੀ ਜਾਂਦੀ ਹੁੰਦੀ ਆ, ਮਨ ਨਹੀਂ ਕਹਿੰਦਾ ਹੁੰਦਾ, ਕਿਤੇ ਸਰੀਰ ਨਹੀਂ ਸਾਥ ਦਿੰਦਾ, ਕਦੇ ਕਿਵੇਂ ਹੋ ਜਾਂਦਾ। ਸੋ ਕਰੋੜਾਂ ਵਾਰ ਵਾਹਿਗੁਰੂ ਕਹਿਣਾ ਪਵੇਗਾ, ਫੇਰ ਕਿਤੇ ਜਾ ਕੇ ਇੱਕ ਵਾਰੀ ਕਹਿਣਾ ਆਵੇਗਾ। ਆਖਣ ਔਖਾ ਸਾਚਾ ਨਾਮ। ਰਹਿਰਾਸ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕਹਿੰਦੇ ਆਖਣ ਔਖਾ ਸਾਚਾ ਨਾਮ। ਸੱਚਾ ਨਾਮ ਕਹਿਣਾ ਬੜਾ ਔਖਾ। ਸੱਚਾ ਨਾਮ ਕੀ ਆ? ਵਾਹਿਗੁਰੂ। ਮਹਾਰਾਜ ਜੀ ਕਹਿਤਾ ਵਾਹਿਗੁਰੂ, ਬਹੁਤ ਸੌਖਾ। ਫਿਰ ਕਹਿਤਾ ਜੀ ਵਾਹਿਗੁਰੂ। ਸਤਿਗੁਰ ਕਹਿੰਦੇ ਐਵੇਂ ਨਹੀਂ, ਆਖਣ ਔਖਾ ਸਾਚਾ ਨਾਮ। ਜ਼ੁਬਾਨ ਕੱਲੀ ਕਹਿ ਰਹੀ ਆ ਜੇ ਵਾਹਿਗੁਰੂ ਵਾਹਿਗੁਰੂ, ਹਜੇ ਮਨ ਨਹੀਂ ਕਹਿ ਰਿਹਾ। ਮਨ ਨੂੰ ਮਿਲਾ ਕੇ, ਸੁਰਤ ਨੂੰ ਮਿਲਾ ਕੇ, ਸਰੀਰ ਦੀ ਇਕਾਗਰਤਾ ਕਰਕੇ ਕਹਿ ਵਾਹਿਗੁਰੂ, ਇਹ ਬਹੁਤ ਔਖਾ ਵਾ। ਇਹ ਵਾਹਿਗੁਰੂ ਕਹਿਣ ਲਈ ਤੈਨੂੰ ਹਜ਼ਾਰਾਂ ਵਾਰ ਨਹੀਂ, ਲੱਖਾਂ ਵਾਰ ਨਹੀਂ, ਕਰੋੜਾਂ ਵਾਰ, 10 ਕਰੋੜ ਵਾਰ ਕਹਿਣਾ ਪਵੇਗਾ, ਫਿਰ ਕਿਤੇ ਜਾ ਕੇ ਕਿਹਾ ਜਾਣਾ। ਵਿਘਨ ਵਿਨਾਸ਼ਨ। ਜਦੋਂ ਏਦਾਂ ਕਰਕੇ ਵਾਹਿਗੁਰੂ ਕਹਿ ਦਿੱਤਾ ਤਾਂ ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ। ਪਾਪ ਵੀ ਗਵਾਚ ਗਏ ਫਿਰ ਤੇ ਕਰਨੇ ਹੀ ਭੁੱਲ ਗਏ, ਪਾਵਨ ਹੋ ਗਏ। ਜਨ ਨਾਨਕ ਸੁਖ ਘਰ ਆਇਆ। ਘਰ ਦੇ ਅਰਥ ਇੱਥੇ ਆਹ ਵਾਲਾ ਘਰ ਨਹੀਂ ਜਿਹੜਾ ਆਪਾਂ ਇੱਟਾਂ ਦਾ ਬਣਾਇਆ ਹੋਇਆ। ਘਰ ਦੇ ਅਰਥ ਇੱਥੇ ਇਹ ਨੇ ਵੀ ਹਿਰਦਾ। ਹਿਰਦੇ ਦੇ ਵਿੱਚ ਬੰਦੇ ਦੀ ਸ਼ਾਂਤੀ ਆ ਗਈ, ਸਕੂਨ ਆ ਗਿਆ, ਸੁੱਖ ਆ ਗਿਆ। ਗੁਰਬਾਣੀ ਵਿੱਚ ਕਈ ਵਾਰੀ ਅੱਖਰੀ ਅਰਥ ਹੀ ਨਹੀਂ ਹੁੰਦੇ ਚੀਜ਼ ਦੇ, ਤੇ ਸੰਕੇਤਕ ਅਰਥ ਹੁੰਦੇ ਨੇ, ਭਾਵ ਅਰਥ ਹੁੰਦੇ ਨੇ, ਤੇ ਬਹੁਤ ਤਰ੍ਹਾਂ ਦੇ ਅਰਥ ਹੁੰਦੇ ਨੇ। ਜਿਵੇਂ ਮਹਾਰਾਜ ਹੰਸ ਕਹਿੰਦੇ ਨੇ, ਉੱਥੇ ਹੰਸ ਨਹੀਂ ਹੁੰਦਾ, ਹੰਸ ਦੇ ਅਰਥ ਸੰਤ ਹੁੰਦੇ ਨੇ। ਜਿੱਥੇ ਮਹਾਰਾਜ ਬਗਲਾ ਵਰਤਦੇ ਨੇ ਤਾਂ ਬਗਲਾ ਨਹੀਂ ਹੁੰਦਾ, ਉੱਥੇ ਉਹ ਬੰਦੇ ਨੂੰ ਕਹਿੰਦੇ ਹੁੰਦੇ ਆ ਜਿਹਨੇ ਧਾਰਮਿਕ ਬਾਣਾ ਪਾਲਿਆ ਹੁੰਦਾ ਤੇ ਪਰ ਉਹ ਧਾਰਮਿਕ ਬਾਣੇ ਵਾਲੇ ਕੰਮ ਨਹੀਂ ਕਰਦਾ, ਉਹਨੂੰ ਬਗਲਾ ਕਹਿੰਦੇ ਨੇ। ਇੱਥੇ ਘਰ ਦੇ ਅਰਥ ਆਹ ਘਰ ਨਹੀਂ ਜਿੱਥੇ ਆਪਾਂ ਰਹਿੰਦੇ ਆ। ਘਰ ਦੇ ਅਰਥ ਇੱਥੇ ਨੇ ਹਿਰਦਾ, ਆਪਣਾ ਮਨ। ਮਨ ਦੇ ਵਿੱਚ ਸਕੂਨ ਆ ਗਿਆ। ਜੇ ਮਨ ਦੇ ਵਿੱਚ ਸਕੂਨ ਆ ਗਿਆ ਤਾਂ ਘਰੇ ਤਾਂ ਆਪੇ ਹੀ ਆ ਜਾਣਾ ਨਾ। ਜੇ ਮਨ ਦੇ ਵਿੱਚ ਸਕੂਨ ਨਹੀਂ, ਸ਼ਾਂਤੀ ਨਹੀਂ, ਤੁਸੀਂ ਬਹੁਤ ਮਹਿੰਗੇ ਬੈੱਡ ਤੇ ਹੋ ਤੇ ਤੁਹਾਨੂੰ ਨੀਂਦ ਨਹੀਂ ਆਉਣੀ, ਨੀਂਦ ਨਹੀਂ ਆਵੇਗੀ। ਕਹਿੰਦੇ ਹੁੰਦੇ ਆ ਨਾ ਵੀ ਪੈਸੇ ਨਾਲ ਤਾਂ ਕੋਠੀ ਖੜੀ ਕੀਤੀ ਜਾ ਸਕਦੀ ਆ, ਘਰ ਬਣਦਾ ਹੁੰਦਾ ਪਿਆਰ ਨਾਲ। ਪੈਸੇ ਦੇ ਨਾਲ ਘਰ ਭਰਿਆ ਜਾ ਸਕਦਾ, ਰੱਜ ਆਉਂਦਾ ਹੁੰਦਾ ਸੰਤੋਖ ਦੇ ਨਾਲ। ਪੈਸੇ ਦੇ ਨਾਲ ਕਹਿੰਦੇ ਸਿਹਤ ਨਹੀਂ ਖਰੀਦੀ ਜਾ ਸਕਦੀ, ਪੈਸੇ ਦੇ ਨਾਲ ਡਾਕਟਰ ਨੂੰ ਫੀਸ ਤਾਂ ਦਿੱਤੀ ਜਾ ਸਕਦੀ ਹੈ, ਸਿਹਤ ਨਹੀਂ ਖਰੀਦੀ ਜਾ ਸਕਦੀ। ਸਾਰੀਆਂ ਚੀਜ਼ਾਂ ਕਹਿਣ ਦਾ ਭਾਵ ਜ਼ਰੂਰੀ ਨਹੀਂ ਵੀ ਪੈਸੇ ਨਾਲ ਹੋ ਜਾਣ। ਬਹੁਤੀਆਂ ਚੀਜ਼ਾਂ ਪੈਸੇ ਨਾਲ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਪੈਸੇ ਨਾਲ ਨਹੀਂ ਹੁੰਦੀਆਂ। ਪੈਸੇ ਨਾਲ ਕੋਠੀ ਬਣਦੀ ਆ, ਘਰ ਨਹੀਂ ਬਣਦਾ। ਘਰ ਬਣਦਾ ਪਰਿਵਾਰ ਦੇ ਪਿਆਰ ਨਾਲ। ਪੈਸੇ ਦੇ ਨਾਲ ਡਾਕਟਰ ਨੂੰ ਫੀਸ ਦਿੱਤੀ ਜਾ ਸਕਦੀ ਆ, ਸਿਹਤ ਨਹੀਂ ਖਰੀਦੀ ਜਾ ਸਕਦੀ। ਪੈਸੇ ਦੇ ਨਾਲ ਬੈੱਡ ਲਿਆਂਦਾ ਜਾ ਸਕਦਾ, ਬਹੁਤ ਮਹਿੰਗਾ, ਬਹੁਤ ਮਹਿੰਗਾ। ਉੱਤੇ ਹੀਰੇ ਵੀ ਜੜੇ ਜਾ ਸਕਦੇ ਆ, ਇੱਦਾਂ ਕਰਦੇ ਰਹੇ, ਪਰ ਨੀਂਦ ਨਹੀਂ ਖਰੀਦੀ ਜਾ ਸਕਦੀ ਨਾ। ਨੀਂਦ ਆਵੇਗੀ। ਆ ਜੋ ਮਹਾਰਾਜ ਕਹਿ ਰਹੇ ਨੇ, ਜਨ ਨਾਨਕ ਸੁਖ ਘਰ ਆਇਆ। ਹਿਰਦੇ ਵਿੱਚ ਟਿਕਾ ਦੇ ਨਾਲ, ਸ਼ਾਂਤੀ ਦੇ ਨਾਲ ਨੀਂਦ ਆਵੇਗੀ। ਗੁਰੂ ਨਾਲ ਪਿਆਰ ਹੋਣਾ ਚਾਹੀਦਾ। ਸੋ ਇੱਕ ਸਾਖੀ ਦੁਬਾਰਾ ਦੁਹਰਾ ਦਈਏ, ਕਿਉਂਕਿ ਇਹ ਜਿਵੇਂ ਅੱਜ ਦਾ ਦਿਨ ਆ ਤਾਂ ਮੀਂਹ ਪਿਆ ਤਾਂ ਉੱਦਾਂ ਫਿਰ ਜ਼ਿਆਦਾ ਸਮਝ ਆਉਂਦੀ, ਕਿਉਂਕਿ ਆਪਣਾ ਮਨ ਉੱਥੇ ਜੇ ਬਣਿਆ ਹੁੰਦਾ। ਫਰੀਦ ਸਾਹਿਬ ਜੀ ਸਨ, ਸਿੱਖਿਆ ਲੈਂਦੇ ਹੁੰਦੇ ਸੀ ਬਖਤਿਆਰ ਕਾਕੀ ਜੀ ਤੋਂ।
ਉਹਨਾਂ ਕੋਲ ਤਾਲੀਮ ਪੜ੍ਹਨ ਜਾਂਦੇ ਹੁੰਦੇ ਸੀ। ਉਹਨਾਂ ਦੇ ਗੁਰੂ ਸੀ, ਮੁਰਸ਼ਦ ਸਨ। ਮੀਂਹ ਬਹੁਤ ਪਿਆ। ਪੁਰਾਣਾ ਜ਼ਮਾਨਾ, ਚਿੱਕੜ ਹੋ ਗਿਆ ਗਲੀਆਂ ਦੇ ਵਿੱਚ, ਮੀਂਹ ਵੀ ਪੈ ਰਿਹਾ। ਪਹਿਲਾਂ ਕਹਿੰਦੇ ਜਾਵਾਂ ਕਿ ਰਹਿਣ ਦਾ, ਚਲਿਆ ਜਾਵਾਂ ਕਿ ਰਹਿਣ ਦਾ। ਚਿੱਕੜ ਵੀ ਬਹੁਤ ਆ, ਮੀਂਹ ਵੀ ਪੈ ਰਿਹਾ, ਤੇ ਤੀਜੀ ਗੱਲ ਘਰ ਵੀ ਦੂਰ ਆ ਉਹਨਾਂ ਦਾ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ। ਹੁਣ ਤਾਂ ਜਿਵੇਂ ਪੱਕੀਆਂ ਸੜਕਾਂ ਨੇ ਨਾ, ਏਦਾਂ ਥੋੜ੍ਹੀ ਸੀ। ਮੀਂਹ ਵੀ ਪੈ ਰਿਹਾ, ਘਰ ਵੀ ਦੂਰ ਆ, ਚਿੱਕੜ ਵੀ ਆ। ਕੀ ਕਰਾਂ, ਜਾਵਾਂ ਕਿ ਨਾ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ, ਪਰ ਮੇਰਾ ਪਿਆਰ ਵੀ ਬਹੁਤ ਆ। ਜੇ ਨਹੀਂ ਜਾਂਦਾ ਨਮਾਜ਼ ਖੁੱਸਦੀ ਆ, ਜੇ ਨਹੀਂ ਜਾਂਦਾ ਮੁਰਸ਼ਦ ਦੇ ਪਾਸ ਤਾਂ ਨਮਾਜ਼ ਖੁੱਸਦੀ ਆ। ਫਿਰ ਕਹਿੰਦੇ ਫੈਸਲਾ ਕਰ ਹੀ ਲਿਆ। ਜਿਵੇਂ ਮਨ ਕਹਿੰਦਾ ਹੁੰਦਾ ਨਾ, ਜਾਈਏ ਕਿ ਨਾ ਜਾਈਏ। ਦੇਖੋ, ਪਹਿਲਾਂ ਉਹਨਾਂ ਨੇ ਸਵਾਲ ਖੜਾ ਕੀਤਾ, ਕਹਿੰਦੇ ਜਾਵਾਂ ਕਿ ਨਾ ਜਾਵਾਂ। ਫਿਰ ਅੱਗੇ ਜਵਾਬ ਵੀ ਦੇ ਦਿੱਤਾ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੈਂ ਹੂੰ। ਕਹਿੰਦੇ ਕੰਬਲੀ ਭਿੱਜਦੀ ਤਾਂ ਭਿੱਜੇ, ਪੈਰ ਆ ਜਿਹੜੇ ਲਿਬੜਦੇ ਤਾਂ ਲਿਬੜ ਜਾਣ ਗਾਰੇ ਨਾਲ। ਕੰਬਲੀ ਸੁਕਾ ਲਾਂਗੇ, ਧੁੱਪ ਨਿਕਲੀ ਆਉਣੀ ਆ, ਅੱਜ ਨਹੀਂ ਤਾਂ ਕੱਲ ਸੁਕਾ ਲਾਂਗੇ। ਪੈਰ ਜਰਦੀ ਮੈਲ ਹੁੰਦੇ ਨੇ, ਧੋ ਲਾਂਗੇ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇਹੋਂ। ਹੇ ਮੀਂਹ ਤੂੰ ਨਹੀਂ ਹਟਣਾ ਨਾ ਹਟ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾ ਹੀ ਨੇ। ਮੈਂ ਆਪਦੇ ਮੁਰਸ਼ਦ ਕੋਲ ਜਾਵਾਂਗਾ ਨਮਾਜ਼ ਪੜ੍ਹਨ ਵਾਸਤੇ, ਸਿੱਖਿਆ ਲੈਣ ਵਾਸਤੇ। ਨੇ ਨਹੀਂ ਟੁੱਟਣਾ ਚਾਹੀਦਾ, ਪਿਆਰ ਨਹੀਂ ਟੁੱਟਣਾ ਚਾਹੀਦਾ, ਸਨੇਹ ਨਹੀਂ ਟੁੱਟਣਾ ਚਾਹੀਦਾ। ਕੰਬਲੀ ਭਿੱਜੇ ਸੁਕਾ ਲੂੰਗਾ, ਪੈਰ ਗਾਰੇ ਨਾਲ ਲਿਬੜ ਜਾਣ ਧੋ ਲੂੰਗਾ, ਕੱਪੜੇ ਵੀ ਧੋ ਲੂੰਗਾ, ਪਰ ਤੇਰੇ ਨਾਲੋਂ ਸਨੇਹ ਨਹੀਂ ਟੁੱਟਣਾ ਚਾਹੀਦਾ। ਸੋ ਇੱਦਾਂ ਕਰਕੇ ਫਰੀਦ ਜੀ ਆਪਦਾ ਫੈਸਲਾ ਦੱਸ ਰਹੇ ਨੇ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਵੋ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਅੱਜ ਮੀਂਹ ਪਿਆ, ਸੰਗਤ ਦਾ ਕਿੰਨਾ ਫਰਕ ਪੈ ਗਿਆ। ਪਾਤਸ਼ਾਹ ਜੀ ਕਹਿੰਦੇ ਨੇ ਵੀ ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਦੋਂ ਕੱਚੇ ਰਾਹ ਹੁੰਦੇ ਸੀ, ਮਸਜਿਦ ਵੀ ਬੜੀ ਦੂਰ ਹੁੰਦੀ ਸੀ, ਅੱਲਾ ਦਾ ਘਰ ਵੀ ਬੜਾ ਦੂਰ ਹੁੰਦਾ ਸੀ, ਸੁੱਖ ਸਹੂਲਤਾਂ ਵੀ ਕੋਈ ਨਹੀਂ ਸੀ। ਭਗਤ ਜੀ ਕਹਿੰਦੇ ਉਦੋਂ ਕਹਿ ਰਹੇ ਆ ਵੀ ਮੈਂ ਜਾਵਾਂਗਾ। ਅੱਜ ਸਭ ਕੁਝ ਉਪਲਬਧ ਆ, ਕੁਝ ਕਰਕੇ ਵੀ ਆਪਾਂ ਪਹੁੰਚ ਸਕਦੇ ਹਾਂ, ਪਰ ਆਪਾਂ ਆ ਨਹੀਂ ਰਹੇ। ਤਾਂ ਇੱਥੇ ਗੱਲ ਕਹਿਣੀ ਬਣਦੀ ਆ ਵੀ ਹਜੇ ਗੁਰੂ ਨੂੰ ਉਹ ਰੁਤਬਾ ਅਸੀਂ ਦੇ ਹੀ ਨਹੀਂ ਸਕੇ ਜਿਹੜਾ ਹਜੇ ਧੀਆਂ ਪੁੱਤਰਾਂ ਨੂੰ ਦੇਈ ਫਿਰਦੇ ਹਾਂ। ਹਜੇ ਗੁਰੂ ਸਾਡੇ ਲਈ ਉਹ ਜਗ੍ਹਾ ਨਹੀਂ ਰੱਖਦਾ ਜਿਹੜਾ ਹਜੇ ਪਰਿਵਾਰ ਰੱਖਦਾ। ਵੀ ਜਿੰਨਾ ਸਾਡਾ ਪਰਿਵਾਰ ਦੇ ਨਾਲ ਪਿਆਰ ਆ, ਇਹ ਨਹੀਂ ਕਹਿ ਰਹੇ ਵੀ ਪਰਿਵਾਰ ਨਾਲ ਪਿਆਰ ਨਹੀਂ ਹੋਣਾ ਚਾਹੀਦਾ, ਪਰ ਜੋ ਹਜੇ ਜਿੰਨਾ ਪਿਆਰ ਪਰਿਵਾਰ ਨਾਲ ਆ, ਉਹਨਾਂ ਹਜੇ ਗੁਰੂ ਨਾਲ ਬਣਿਆ ਨਹੀਂ। ਇਹ ਗੱਲਾਂ ਸਾਫ਼ ਆਪਾਂ ਨੂੰ ਨਜ਼ਰ ਆਉਂਦੀਆਂ ਨੇ। ਮਹਾਰਾਜ ਸਾਡੇ ਤੇ ਕਿਰਪਾ ਕਰਨ। ਇਹੀ ਅੱਜ ਗੁਰੂ ਪਾਤਸ਼ਾਹ ਜੀ ਨੇ ਵਿਚਾਰ ਦੱਸੀ ਹੈ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਪ੍ਰਵਾਨ ਕਰੋ। ਭੁੱਲ ਚੁੱਕ ਦੀ ਖਿਮਾ ਪਾਤਸ਼ਾਹ ਜੀ ਕਿਰਪਾ ਕਰਨ। ਸੋ ਅੱਜ ਆਪਣੇ ਨਗਰ ਦੇ ਵਿੱਚ ਸ਼ਾਮ ਨੂੰ ਤਕਰੀਬਨ 4 ਵਜੇ ਕਹਿੰਦੇ ਆ ਵੀ ਨਗਰ ਕੀਰਤਨ ਜਿਹੜਾ ਹਰ ਸਾਲ ਹੀ ਆਉਂਦਾ ਹੈ ਅਨੰਦਪੁਰ ਸਾਹਿਬ ਤੋਂ ਚੱਲ ਕੇ। ਸੋ ਇੱਥੇ 4 ਵਜੇ ਤਕਰੀਬਨ ਆ ਜਾਵੇਗਾ। ਇਹ ਕਹਿ ਰਹੇ ਨੇ, ਬਾਕੀ ਹੁਣ ਆਪਣੇ ਨਗਰ ਦਾ ਨਾਂ ਹੋਣ ਕਰਕੇ ਆਪਾਂ ਪੱਕਾ ਨਹੀਂ ਕਹਿ ਸਕਦੇ, ਇੱਧਰ ਉੱਧਰ ਸਮਾਂ ਹੋ ਸਕਦਾ। ਸੋ ਬੇਨਤੀਆਂ ਨੇ। ਉਦੋਂ ਵੀ ਭਾਈ ਆਪ ਜੀ ਨੇ ਇੱਥੇ ਗੁਰੂਦੁਆਰੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਆ। ਇਹ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਸਤਿਗੁਰ ਕੀ ਸ਼ਾਨ ਬੜੀ ਨਿਰਾਲੀ ਆ, ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਪਿਆਰੀ ਸਾਧ ਸੰਗਤ ਅਤੇ ਸਤਿਗੁਰੂ ਜੀ ਆਪ ਹੀ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰੀਏ ਜੀ।
वाहे गुरु 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 वाहे 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 गुरु देहो सज्जन सीसड़ियां ज्यों होवै साहिब स्यों मेल। वाहिगुरु जी का खालसा वाहिगुरु जी की फतेह। तू ठाकुर तुम पह अरदास जियो पिंड सब तेरी। तुम मात पिता हम